आत्म रस जो जानही सो है खालस देव। प्रभ मह मोह मह तास मह रंचक नाहिन पेव। मूक उचरै शास्त्र खट पिंग गिरन चढ़ जाए। अंध लखै बदरो सुनै जो काल कृपा कराए। कहाँ बुद्ध प्रभ तुच्छ मारी बरन सकै महिमा जो तिहारी। हम ना सकत कर सिफत तुम्हारी आप लिहो तुम कथा सुधारी। हम ना सकत कर सिफत तुम्हारी आप लिहो तुम कथा सुधारी। दोहरा श्री गुजरी के संग मिल शुदत सिंह समुदाय। कर मसलत आवत भय जह बैठे गुर राय। वाहिगुरु जी का खालसा वाहिगुरु जी की फतेह। महाराज जी की साजी नवाजी हुई गुरु प्यारी गुरु सवारी साध संगत जी, बड़ी किरपा हुई है। हफ्तावारी नाम सिमरन ਦੇ ਦੀਵਾਨ 'ਚ ਤੁਸੀਂ ਹਾਜ਼ਰੀ ਭਰੀ ਹੈ। ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ। ਵਾਹਿਗੁਰੂ ਮੰਤਰ ਦਾ ਸਿਮਰਨ ਕੀਤਾ ਹੈ। ਇਹ ਅੰਮ੍ਰਿਤ ਰੂਪੀ ਨਾਮ ਸਾਡੇ ਅੰਦਰੋਂ ਹਉਮੈ ਦਾ ਨਾਸ ਕਰਦਾ ਹੈ। ਮੈਂ ਮੇਰੀ ਮਿਟ ਜਾਂਦੀ ਹੈ ਔਰ ਤੂੰ ਹੀ ਦਾ ਵਾਜਾ ਵੱਜਣ ਲੱਗ ਜਾਂਦਾ ਹੈ। ਪਿਆਰੀ ਸੰਗਤ ਜੀ, ਗੁਰੂ ਸਾਹਿਬਾਂ ਦੇ ਚਰਨਾਂ 'ਚ ਬੈਠ ਕੇ ਜਿੱਥੇ ਆਪ ਜੀ ਨਾਮ ਸਿਮਰਨ ਕੀਰਤਨ ਨਾਲ ਜੁੜੇ ਹੋ, ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅਨੰਦਪੁਰ ਸਾਹਿਬ ਛੱਡਣ ਦਾ ਇਤਿਹਾਸ ਜੋ ਇਸ ਸਥਾਨ 'ਤੇ ਇਸ ਹਫ਼ਤੇ ਆਰੰਭ ਹੋਇਆ ਹੈ, ਉਹ ਵੀ ਆਨੰਦ ਮਾਣੋ। ਮਹਾਰਾਜ ਦੇ ਚਰਨਾਂ ਵਿੱਚ ਤੁਰਕਾਂ ਨੇ, ਪਹਾੜੀਆਂ ਨੇ ਆਪਣੇ ਵਕੀਲ ਭੇਜ ਕੇ ਬਹੁਤ ਜ਼ਿਆਦਾ ਬੇਨਤੀਆਂ ਕੀਤੀਆਂ ਕਿ ਮਹਾਰਾਜ ਕਿਲ੍ਹਾ ਛੱਡ ਦਿਓ। ਸਤਿਗੁਰੂ ਨਹੀਂ ਮੰਨੇ ਤਾਂ ਪਹਾੜੀਆਂ ਨੇ ਤੇ ਤੁਰਕਾਂ ਨੇ ਦੂਸਰੀ ਨੀਤੀ ਵਰਤੀ। ਮਾਤਾ ਜੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਤੇ ਮਾਤਾ ਜੀ ਮੰਨ ਗਏ ਤੇ ਗੁਰੂ ਸਾਹਿਬ ਜੀ ਤੇ ਦਬਾਅ ਪਾਉਣ ਲੱਗੇ ਕਿ ਮਹਾਰਾਜ ਸਿੰਘਾਂ ਨੂੰ ਮਰਵਾਓ ਨਾ, ਇਹਨਾਂ ਸਿੰਘਾਂ ਨੇ ਤੁਹਾਡਾ ਕੀ ਵਿਗਾੜਿਆ ਹੈ, ਇਹਨਾਂ ਦੀਆਂ ਜਾਨਾਂ ਬਚਾਓ, ਇਹਨਾਂ ਨੂੰ ਭੁੱਖ ਨਾਲ ਨਾ ਮਰਨ ਦਿਓ। ਸਤਿਗੁਰੂ ਕਹਿੰਦੇ ਮਾਤਾ ਜੀ ਤੁਸੀਂ ਤੁਰਕਾਂ ਦੀ ਨੀਤੀ ਨਹੀਂ ਸਮਝਦੇ। ਇਹ ਜੋ ਕਹਿੰਦੇ ਨੇ ਅਸੀਂ ਰਸਤਾ ਨਹੀਂ ਰੋਕਾਂਗੇ, ਇਹਨਾਂ ਤੇ ਸਾਨੂੰ 10 ਕਦਮ ਨਹੀਂ ਤੁਰਨ ਦੇਣਾ। ਜਦੋਂ ਅਸੀਂ ਅਨੰਦਪੁਰ ਛੱਡਾਂਗੇ ਇਹਨਾਂ ਸਾਰਿਆਂ ਨੇ ਸਾਡੀ ਜਾਨ ਦੇ ਵੈਰੀ ਬਣ ਜਾਣਾ ਤੇ ਸਾਰੇ ਸਿੰਘਾਂ ਨੂੰ ਤੇ ਪਰਿਵਾਰਾਂ ਨੂੰ ਸ਼ਹੀਦ ਕਰ ਦੇਣਾ। ਪਰ ਮਾਤਾ ਜੀ ਕਹਿੰਦੇ ਵੀ ਉਹ ਤੇ ਕਸਮਾਂ ਚੁੱਕਦੇ, ਅਸੀਂ ਇੱਦਾਂ ਨਹੀਂ ਕਰਾਂਗੇ। ਮਹਾਰਾਜ ਕਹਿੰਦੇ ਉਹਨਾਂ ਦੀਆਂ ਕਸਮਾਂ ਤੇ ਤਵਾਰ ਨਾ ਕਰੋ। ਇੱਦਾਂ ਹੀ ਆਪਸ ਵਿੱਚ ਜਿਹੜਾ ਵਿਚਾਰ ਚੱਲ ਰਿਹਾ ਸੀ, ਮਾਤਾ ਜੀ ਵਿੱਚ ਤੇ ਗੁਰੂ ਸਾਹਿਬ ਵਿੱਚ ਫਰਕ ਪਾਉਣ ਲਈ, ਮਤਭੇਦ ਪੈਦਾ ਕਰਨ ਲਈ ਤੁਰਕਾਂ ਨੇ ਚਾਲ ਚੱਲੀ ਸੀ। ਇਹਨੂੰ ਰਾਜਨੀਤੀ ਦਾ ਅੰਗ ਭੇਦ ਕਹਿੰਦੇ। ਸ਼ਾਮ, ਦਾਮ, ਦੰਡ, ਭੇਦ 4 ਰਾਜਨੀਤੀ ਦੇ ਅੰਗ ਹਨ। ਇਹ ਭੇਦ ਹੈ ਵੀ ਫੁੱਟ ਪਾ ਦਿਓ। ਖਿਆਲਾਂ ਦਾ ਫਰਕ ਪਵੇਂ, ਅੰਦਰ ਦਾ ਪਿਆਰ ਉੱਦਾਂ ਹੀ ਹੁੰਦਾ ਹੈ, ਪਰ ਕਈ ਵਾਰੀ ਹੁੰਦਾ ਵੀ ਖਿਆਲ ਨਹੀਂ ਰਲਦੇ, ਖਿਆਲਾਂ 'ਚ ਫਰਕ ਪੈ ਜਾਂਦਾ। ਉੱਥੇ ਦੁਸ਼ਮਣ ਜਿਹੜੇ ਨੇ ਉਹਦਾ ਫਾਇਦਾ ਉਠਾ ਜਾਂਦੇ ਆ। ਮਾਤਾ ਜੀ ਵਿੱਚ ਤੇ 10ਵੇਂ ਪਾਤਸ਼ਾਹ ਵਿੱਚ ਖਿਆਲਾਂ ਦਾ ਫਰਕ ਪਾਉਣ ਲਈ ਤੁਰਕਾਂ ਨੇ ਇਹ ਚਾਲ ਚੱਲ ਦਿੱਤੀ ਹੈ। ਹੁਣ ਦੇਖਦੇ ਹਾਂ ਇਹਦਾ ਕੀ ਅਸਰ ਹੁੰਦਾ ਹੈ। ਸਾਰੀ ਸੰਗਤ ਪਿਆਰ ਨਾਲ ਧੰਨ ਕਲਗੀਧਰ ਪਿਤਾ ਜੀ ਦੇ ਚਰਨਾਂ ਦਾ ਧਿਆਨ ਧਰੋ, ਰਸਨਾ ਨੂੰ ਪਵਿੱਤਰ ਕਰੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ श्री गुजरी के संग मिल शुदत सिंह समुदाय। ਮਾਤਾ ਗੁਜਰੀ ਜੀ ਦੇ ਕੋਲ ਸਾਰਾ ਖਾਲਸਾ ਇਕੱਠਾ ਹੋ ਰਿਹਾ ਹੈ। ਸਿੰਘਾਂ ਨੂੰ ਭੁੱਖ ਨੇ ਸਤਾਇਆ ਹੋਇਆ ਹੈ। ਕਈ ਮਹੀਨੇ ਹੋ ਗਏ ਅੰਨ ਦਾ ਦਾਣਾ ਦੇਖਣ ਨੂੰ ਨਹੀਂ ਮਿਲਿਆ। ਜਿੰਨਾ ਜ਼ਖੀਰਾ ਜਮ੍ਹਾਂ ਕੀਤਾ ਸੀ 7 ਮਹੀਨਿਆਂ ਵਿੱਚ ਸਭ ਖਾਧਾ ਪੀਤਾ ਗਿਆ। ਜਿਹੜਾ ਤੁਰਕਾਂ ਤੋਂ ਲੁੱਟ ਕੇ ਸਿੰਘ ਲਿਆਉਂਦੇ ਸੀ ਰਾਤ ਬਰਾਤੇ ਆਪਣੀਆਂ ਜਾਨਾਂ ਦੇ ਖੇਡ ਕੇ, ਉਹ 2-4 ਬੋਰੀਆਂ ਆਟਾ 1-2 ਦਿਨ 'ਚ ਮੁੱਕ ਜਾਂਦਾ ਸੀਗਾ। ਇਸ ਤਰ੍ਹਾਂ ਸਾਧ ਸੰਗਤ ਜੀ ਪ੍ਰਸ਼ਾਦਾ ਵੇਖਿਆ ਨੂੰ ਤਾਂ ਬੜਾ ਸਮਾਂ ਹੋ ਗਿਆ।
ਦਰਖਤਾਂ ਦੇ ਪੱਤੇ ਵੀ ਕਹਿੰਦੇ ਵੀ ਸਿੰਘ ਖਾ ਗਏ। ਹਾਲਾਤ ਬਹੁਤ ਮਸਤਾਨੇ ਹੋ ਗਏ। ਤੋ ਗੁਰੂ ਸਾਹਿਬ ਜੀ ਦੇ ਕੋਲੇ ਸਾਰੇ ਸਿੰਘ ਬਾਰ-ਬਾਰ ਬੇਨਤੀਆਂ ਕਰਦੇ, ਮਹਾਰਾਜ ਕਿਲਾ ਛੱਡ ਦਿਓ, ਕਿਲਾ ਛੱਡ ਕੇ ਬਾਹਰ ਨਿਕਲੀਏ, ਭਾਵੇਂ ਲੜ ਕੇ ਮਰ ਜਾਈਏ ਪਰ ਭੁੱਖਿਆਂ ਤਾਂ ਨਾ ਮਰੀਏ। ਪਰ ਮਹਾਰਾਜ ਕਹਿੰਦੇ ਨਹੀਂ ਸਿੰਘੋ, ਇਹਨਾਂ ਨੇ ਘੇਰਾ ਉਠਾ ਕੇ ਚਲੇ ਜਾਣਾ, ਤੁਸੀਂ ਥੋੜੇ ਦਿਨ ਰੁਕ ਜਾਓ। ਇਸ ਤਰ੍ਹਾਂ ਇਹ ਮਤਭੇਦ ਚੱਲਦਾ। ਪਰ ਮਾਤਾ ਜੀ ਦੇ ਚਰਨਾਂ ਵਿੱਚ ਸਿੰਘ ਸਾਰੇ ਇਕੱਠੇ ਹੋ ਗਏ ਹਨ। ਕਰ ਮਸਲਤ ਆਵਤ ਭਏ, ਜਹਾਂ ਬੈਠੇ ਗੁਰ ਰਾਏ। ਸਾਰੇ ਸਿੰਘਾਂ ਨੇ ਮਾਤਾ ਜੀ ਨੂੰ ਅੱਗੇ ਕੀਤਾ ਤੇ ਗੁਰੂ ਕਲਗੀਧਰ ਜੀ ਦੇ ਕੋਲ ਆ ਗਏ। ਚੌਪਈ ਪੂਰਬ ਸਿੱਖਨ ਬਿਨੈ ਬਖਾਨੀ। ਪਹਿਲਾਂ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਦੇ ਚਰਨਾਂ ਵਿੱਚ, ਸਤਿਗੁਰ ਕੀਜੈ ਕਿਰਪਾ ਮਹਾਨੀ। ਇਹ ਮਹਾਰਾਜ ਸਾਡੇ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ, ਪਿਤਾ ਜੀ ਮਿਹਰ ਕਰੋ। ਹੁਣ ਆਪਣੇ ਜਾਨ ਪ੍ਰਾਨ ਦੇਹੋ ਦਾਨਾ। ਆਪਣੇ ਬੱਚੇ ਸਮਝ ਕੇ, ਆਪਣੇ ਸਿੰਘ ਸਮਝ ਕੇ ਸਾਨੂੰ ਪ੍ਰਾਣਾਂ ਦਾ ਦਾਨ ਬਖਸ਼ੋ, ਕਿਉਂਕਿ ਬਿਨਾਂ ਅੰਨ ਦੇ ਪ੍ਰਾਣ ਨਹੀਂ ਬਚਦੇ। ਇਹ ਸਰੀਰ ਅੰਨ ਨਾਲ ਹੀ ਚੱਲਦਾ, ਅੰਨ ਤੋਂ ਇਹ ਸਰੀਰ ਪੈਦਾ ਹੋਇਆ, ਅੰਨ ਨਾਲ ਹੀ ਇਹ ਚੱਲਦਾ। ਇਹਨੂੰ ਅੰਨਮਈ ਕੋਸ਼ ਕਹਿੰਦੇ ਹਨ। 5 ਕੋਸ਼, 5 ਪੜਦੇ ਆਤਮਾ ਦੇ ਆਲੇ ਦੁਆਲੇ ਮੰਨੇ ਗਏ ਨੇ। ਪਹਿਲਾ ਹੈ ਅੰਨਮਈ ਕੋਸ਼, ਦੂਜਾ ਪ੍ਰਾਣਮਈ ਕੋਸ਼, ਤੀਜਾ ਮਨੋਮਈ ਕੋਸ਼, ਚੌਥਾ ਵਿਗਿਆਨਮਈ ਯਾਨੀ ਬੁੱਧੀ ਦਾ ਕੋਸ਼, ਤੇ ਪੰਜਵਾਂ ਆਨੰਦਮਈ ਕੋਸ਼, ਤੇ ਫਿਰ ਆਤਮਾ ਦਾ ਆਸਣ ਹੈ। ਇਹ ਗੱਲ ਬੜੀ ਸੂਖਸ਼ਮ ਹੈ। ਮਹਾਰਾਜ ਜੀ ਸਥੂਲ ਸਰੀਰ ਜਿਹੜਾ ਇਹ ਅੰਨ ਤੋਂ, ਮਾਤਾ ਪਿਤਾ ਨੇ ਅੰਨ ਖਾਇਆ ਸੀਗਾ, ਉਹਦੇ ਤੋਂ ਸਾਡਾ ਸਰੀਰ ਬਣਿਆ ਤੇ ਚੱਲੇਗਾ ਵੀ ਅੰਨ ਨਾਲ। ਮਹਾਰਾਜ ਦੀ ਬਾਣੀ ਵਿੱਚ 3.5 ਮਣ ਦੇ ਹੋਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵਤ ਅਸੂਣੀ ਬਨ। ਅੰਨ ਦੇ ਨਾਲ ਇਹ ਸਰੀਰ ਚੱਲਦਾ। ਬਿਨਾਂ ਅੰਨ ਖਾਧਿਆਂ ਭੁੱਖੇ ਭਗਤ ਨਾ ਕੀਜੈ। ਭਗਤਾਂ ਕੋਲੋਂ ਭਗਤੀ ਨਹੀਂ ਹੋਈ ਤੇ ਜੋਧੇ ਜੰਗ ਕਿਵੇਂ ਲੜ ਲੈਣਗੇ। ਜੇ ਪ੍ਰਸ਼ਾਦਾ ਛਕੇ ਇਹਨਾਂ ਦੇ ਭਗਤੀ ਵੀ ਨਹੀਂ ਹੁੰਦੀ, ਵਿਹਲੇ ਬਹਿ ਕੇ ਕਰਨੀ ਹੁੰਦੀ ਚੌਂਕੜਾ ਮਾਰ ਕੇ, ਰੋਟੀ ਤੋਂ ਬਿਨਾਂ ਨੇ ਉਹ ਵੀ ਨਹੀਂ ਹੁੰਦੀ। ਤੇ ਜੰਗ ਲੜਨ ਵਾਸਤੇ ਤਾਂ ਚੰਗੀ ਖੁਰਾਕ ਚਾਹੀਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਭੁੱਖਿਆ ਨਾ ਮਾਰੋ। ਮਤੋ ਜੰਗ ਕੋ ਕਰੀਏ ਹਾਨਾ। ਹੁਣ ਜੰਗ ਦਾ ਮਤਾ ਛੱਡ ਦਈਏ, ਕਿਉਂਕਿ ਜੰਗ ਉਹਨਾਂ ਚਿਰ ਲੜਿਆ ਜਾ ਸਕਦਾ ਜਿੰਨਾ ਚ ਸਰੀਰ ਚ ਬਲ ਹੋਵੇ ਤੇ ਸ਼ਸਤਰ ਹੋਣ। ਹੁਣ ਸਾਡੇ ਕੋਲ ਅਸਲਾ ਵੀ ਮੁੱਕਦਾ ਜਾ ਰਿਹਾ ਹੈ ਤੇ ਖਾਣ ਨੂੰ ਦਾਣਾ ਨਹੀਂ ਹੈ। ਦਾਇਆ ਬਹੁਰ ਖਾਲਸੇ ਕੀਰਾ। ਮਹਾਰਾਜ ਜੀ ਫੇਰ ਸਮਾਂ ਆਵੇਗਾ, ਖਾਲਸੇ ਦਾ ਦਾਈਆ ਦਿੱਲੀ ਦੇ ਤਖਤ ਤੇ ਰਾਜ ਕਰਨ ਦਾ ਹੈ, ਉਹ ਅਸੀਂ ਮੰਨਦੇ ਹਾਂ। ਦਿੱਲੀ ਦੇ ਲਾਹੌਰ ਤੇ ਸਿੰਘਾਂ ਦੇ ਨਿਸ਼ਾਨ ਝੂਲਣਗੇ, ਪਰ ਆਪ ਜੀ ਇਹ ਮੌਕਾ ਤਾਂ ਸਾਨੂੰ ਆਪਣੀਆਂ ਜਾਨਾਂ ਬਚਾਉਣ ਦਾ ਦਿਓ। ਲੜੈ ਸਮਾਜ ਬਟੋਰ ਵਡੇਰਾ। ਮਹਾਰਾਜ ਹੋਰ ਸਮਾਜ ਇਕੱਠਾ ਕਰਾਂਗੇ, ਹੋਰ ਰਾਸ਼ਨ ਪਾਣੀ ਇਕੱਠਾ ਕਰਾਂਗੇ, ਅਸਲਾ ਇਕੱਠਾ ਕਰਾਂਗੇ, ਫੌਜ ਵੱਡੀ ਬਣਾਵਾਂਗੇ, ਲਾਹੌਰ ਤੇ ਵੀ ਹੱਲਾ ਬੋਲ ਦਿਆਂਗੇ ਤੇ ਦਿੱਲੀ ਵੀ ਫਤਿਹ ਕਰ ਲਵਾਂਗੇ। ਜੰਗਲ ਚਲੋ ਮਵਾਸੀ ਮਹਾ। ਇੱਕ ਵਾਰੀ ਗੁਰੂ ਜੀ ਇੱਥੋਂ ਨਿਕਲੋ, ਇੱਥੋਂ ਨਿਕਲ ਕੇ ਮਾਲਵੇ ਦੀ ਧਰਤੀ, ਜੰਗਲ, ਬਠਿੰਡੇ ਦਾ ਇਲਾਕਾ, ਉਧਰ ਚੱਲੀਏ। ਉਹ ਆਕੀਆਂ ਦਾ ਇਲਾਕਾ, ਉੱਥੇ ਸਰਕਾਰ ਦਾ ਜ਼ੋਰ ਨਹੀਂ ਚੱਲਦਾ। ਆਪਾਂ ਵੀ ਆਕੀ ਹੋ ਜਾਵਾਂਗੇ, ਕਿਉਂਕਿ ਮਾਲਵੇ ਵਿੱਚ ਸਾਧ ਸੰਗਤ ਜੀ 12 ਖੂਹ ਤੇ ਪਾਣੀ ਨਹੀਂ ਸੀ ਮਿਲਿਆ ਕਰਦਾ। ਖੂਹਾਂ ਦੂਰ ਦੂਰ ਖੂਹ ਹੁੰਦੇ ਸਨ ਤੇ ਖੂਹ ਦੇ ਵਿੱਚ ਵੀ 200-200 ਫੁੱਟ ਡੂੰਘਾ ਪਾਣੀ ਹੁੰਦਾ ਸੀ। ਮਾਲਵੇ 'ਚ ਪਾਣੀ ਦੀ ਕਮੀ ਸੀ। ਸਰਕਾਰੀ ਫੌਜ ਉੱਧਰ ਨਹੀਂ ਸੀ ਜਾਂਦੀ, ਕਿਉਂਕਿ ਜਿੱਥੇ ਪਾਣੀ ਨਾ ਮਿਲੇ ਫੌਜ ਉੱਥੇ ਕੁਛ ਨਹੀਂ ਕਰ ਸਕਦੀ। ਪਾਣੀ ਤੋਂ ਬਿਨਾਂ ਹੀ ਮੁਕਤਸਰ ਦੇ ਜੰਗ 'ਚ ਤੁਰਕ ਹਾਰੇ ਸਨ। ਵੈਸੇ ਤਾਂ ਸਿੰਘ ਥੋੜੇ ਹੀ ਸਨ, 40 ਸਿੰਘ ਸਨ, ਉਹ ਲੜ ਕੇ ਸ਼ਹੀਦ ਹੋ ਗਏ। ਪਰ ਜਦੋਂ ਸੂਬੇ ਨੇ ਆਪਣੇ ਕਪੂਰੇ ਨੂੰ ਪੁੱਛਿਆ, ਕੋਟ ਕਪੂਰੇ ਵਾਲਾ ਸਰਦਾਰ ਕਪੂਰ ਸਿੰਘ ਨੂੰ ਪੁੱਛਿਆ ਵੀ ਕਪੂਰਿਆ ਪਾਣੀ ਕਿੱਥੇ ਮਿਲੇਗਾ, ਕਪੂਰਾ ਉਸ ਵੇਲੇ ਗੁਰੂ ਕਲਗੀਧਰ ਦਾ ਪੱਖ ਲੈ ਗਿਆ। ਕਹਿੰਦਾ ਖਾਨ ਸਾਹਿਬ 8 ਕੋ ਪਿੱਛੇ ਤੇ 12 ਕੋ ਅੱਗੇ ਪਾਣੀ ਹੈ। ਜੇ ਅੱਗੇ 'ਚ ਵਧੋਗੇ ਤੇ ਗੁਰੂ ਗੋਬਿੰਦ ਸਿੰਘ ਨੇ 12 ਕੋਹ ਤੇ ਕਬਜ਼ਾ ਕੀਤਾ ਪਾਣੀ ਦੇ ਉੱਤੇ। ਜਾਂਦਿਆਂ ਦੇ ਪਾਣੀ ਨਹੀਂ ਪਿਆਏਗਾ, ਪਹਿਲਾਂ ਤਾਂ ਗੋਲੀਆਂ ਮਾਰੇਗਾ। ਜੇ ਆਪਾਂ ਜਿੱਤ ਗਏ ਤੇ ਫਿਰ ਪਾਣੀ ਪੀ ਲਾਂਗੇ, ਜੇ ਆਪਾਂ ਮਰ ਗਏ ਫਿਰ ਪਾਣੀ ਅੱਗੇ ਜਾ ਕੇ ਪੀਵਾਂਗੇ। ਤੇ ਜੇ ਪਾਣੀ ਪੀਣਾ ਤੇ ਪਿੱਛੇ ਮੁੜ ਚੱਲੋ। ਹਾਲਾਂਕਿ ਮਹਾਰਾਜ ਉੱਥੋਂ 3 ਕੋਹ ਹੀ ਅੱਗੇ ਬੈਠੇ ਸਨ, ਪਰ ਕਪੂਰਾ ਨੀਤੀ ਦੇ ਨਾਲ ਗੁਰੂ ਸਾਹਿਬ ਦਾ ਪੱਖ ਲੈ ਕੇ ਸੂਬੇ ਸਰਹੰਦ ਨੂੰ ਵਾਪਸ ਮੋੜ ਲਿਆਇਆ ਸੀਗਾ। ਜਿਹੜਾ ਕੋਟ ਕਪੂਰੇ ਵਾਲਾ ਸਰਦਾਰ ਸੀ ਕਪੂਰਾ, ਹੈ ਸੀ ਗੁਰੂ ਕਾ ਸੇਵਕ, ਪਰ ਤੁਰਕਾਂ ਦੇ ਨਾਲ ਵੀ ਇਸਨੂੰ ਸੰਧੀ ਰੱਖਣੀ ਪੈਂਦੀ ਸੀ, ਕਿਉਂਕਿ ਉੱਥੇ ਦਾ ਪਰਗਣੇਦਾਰ ਸੀਗਾ, ਅਫਸਰ ਸੀ ਉਹਨਾਂ ਦਾ। ਇਸ ਕਰਕੇ ਸਾਧ ਸੰਗਤ ਜੀ ਪਾਣੀ ਮਾਲਵੇ 'ਚ ਨਹੀਂ ਮਿਲਦਾ।
ਸਿੰਘ ਕਹਿੰਦੇ ਮਹਾਰਾਜ ਉੱਥੇ ਚੱਲਾਂਗੇ ਆਪਾਂ, ਆਪਣਾ ਉੱਥੇ ਇਲਾਕਾ ਬਰਾੜ ਜਿਹੜੇ ਨੇ ਆਪਾਂ ਨੂੰ ਮੰਨਦੇ ਨੇ ਗੁਰੂ ਨਾਨਕ ਸਾਹਿਬ ਦੇ ਘਰ ਨੂੰ, ਤੇ ਇਹ ਤੁਰਕਾਂ ਦੇ ਉੱਥੇ ਪੇਸ਼ ਨਹੀਂ ਜਾਣ ਦਿੰਦੇ ਸਿੰਘ। ਉੱਥੇ ਫਿਰ ਮਾਲਵੇ ਦੇ ਸਿੰਘ ਸਾਡੇ ਨਾਲ ਹੋ ਜਾਣਗੇ, ਆਪਾਂ ਮਾਲਵੇ ਚੱਲਾਂਗੇ। ਹਾਂਜੀ, ਪਹੁੰਚ ਨਾ ਸਕੈ ਤੁਰਕ ਦਲ ਜਹਾਂ, ਉਥੇ ਤੁਰਕਾਂ ਦੀ ਕੋਈ ਪਹੁੰਚ ਨਹੀਂ, ਤੁਰਕ ਉੱਥੇ ਜਾ ਕੇ ਸਾਨੂੰ ਨਹੀਂ ਫੜ ਸਕਦੇ। ਇਹਾਂ ਦੁਰਗ ਮਹਿ ਨਿਬਰਿਓ ਸਰਬ, ਇੱਥੇ ਹੁਣ ਮਹਾਰਾਜ ਜੀ ਕਿਲੇ ਵਿੱਚ ਖਾਣ ਨੂੰ ਅੰਨ ਦਾ ਦਾਣਾ ਨਹੀਂ, ਜੋ ਕੁਝ ਵੀ ਜਮ੍ਹਾਂ ਕੀਤਾ ਸੀ ਸਭ ਮੁੱਕ ਗਿਆ ਹੈ। ਅੰਨ ਨਾ ਪ੍ਰਾਪਤ ਖਰਚੇ ਦਰਬ, ਹੁਣ ਪੈਸਾ ਵੀ ਖਰਚ ਕੇ ਅੰਨ ਨਹੀਂ ਮਿਲਦਾ। ਜੇ ਆਪਾਂ ਕਹੀਏ ਨਾ ਵੀ ਪੈਸਾ ਸਾਡੇ ਕੋਲ ਬਹੁਤ ਹੈ, 9.5 ਕਰੋੜ ਰੁਪਈਆ ਨਗਦ ਸੀਗਾ ਮਹਾਰਾਜ ਦੇ ਕੋਲ, ਅਪਰ ਸਮਗਰੀ ਕਿਮ ਕਰ ਆਵੈ, ਔਰ ਖਜ਼ਾਨਾ ਬਹੁਤ ਸੀਗਾ, ਹੀਰੇ ਮੋਤੀ ਸੋਨਾ ਜਾਂਦੀ, ਪਰ ਸਮੱਸਿਆ ਸੀ ਕਿ ਪੈਸਾ ਖਰਚ ਕੇ ਵੀ ਆਟਾ ਤਾਂ ਨਹੀਂ ਮਿਲਦਾ, ਦੁਸ਼ਮਣ ਰਸਤੇ ਹੀ ਰੋਕੀ ਬੈਠਾ ਸਾਰੇ। ਹਾਂਜੀ, ਬਿਤਿਓ ਸਮੇਂ ਬਹੁ ਜੰਗ ਮਚਾਵੈ, ਮਹਾਰਾਜ ਹੁਣ ਇੱਕ ਵਾਰੀ ਬਹੁਤ ਸਮਾਂ ਹੋ ਗਿਆ ਜੰਗ ਲੜਦਿਆਂ ਨੂੰ, ਇੱਕ ਵਾਰੀ ਜਾਨ ਸੁਖਾਲੀ ਕਰੀਏ, ਇੱਕ ਵਾਰੀ ਘੇਰੇ ਚੋਂ ਬਾਹਰ ਨਿਕਲੀਏ। ਨਿਕਸੇ ਹੋਏ ਬਹੁ ਬਿਦ ਕਲਿਆਣ, ਜੇ ਇੱਥੋਂ ਆਪਾਂ ਨਿਕਲ ਗਏ ਕੋਈ ਨਾ ਕੋਈ ਰਾਹ ਬਣੇਗਾ, ਬੜੇ ਭਰੇ ਹੋਣਗੇ ਮਹਾਰਾਜ। ਜੇ ਅੰਨ ਦਾ ਦਾਣਾ ਮੂੰਹ 'ਚ ਪੈ ਗਿਆ ਫਿਰ ਆਪਾਂ ਨਹੀਂ ਲਈਦੇ, ਫਿਰ ਆਪਾਂ ਤੁਰਕਾਂ ਨਾਲ 2-2 ਹੱਥ ਕਰਾਂਗੇ। ਹਾਂਜੀ, ਹੋਏ ਸਰਬ ਕੁਛ ਬਚੈ ਜੇ ਪ੍ਰਾਨ, ਜੇ ਜਾਨ ਬਚ ਜੇ ਫਿਰ ਸਾਰੇ ਹੀਲੇ, ਜਾਨ ਬਚੇ ਤੇ ਲੱਖੋਂ ਪਾਏ। ਸਿਆਣਿਆਂ ਦੀ ਕਹਾਵਤ ਹੈ ਵੀ ਆਪਣੀ ਜਾਨ ਬਚ ਜੇ ਨਾ ਫਿਰ ਸਾਰਾ ਕੁਝ ਹੈ, ਤੇ ਜਾਨ ਹੀ ਚਲੀ ਗਈ ਫਿਰ ਕੁਝ ਵੀ ਨਹੀਂ। ਤੇ ਮਹਾਰਾਜ ਆਪਾਂ ਜਾਨਾਂ ਬਚਾਈਏ, ਜੇ ਆਪਣੀ ਜਾਨਾਂ ਬਚ ਗਈਆਂ ਤੇ ਆਪਾਂ ਫਿਰ ਸਾਰਾ ਬੰਦੋਬਸਤ ਨਵੇਂ ਸਿਰਿਓਂ ਪੰਥ ਖਾਲਸੇ ਦਾ ਕਰ ਲਵਾਂਗੇ। ਸ਼ੁਦਾ ਕਸ਼ਟ ਤੇ ਜੇ ਮਰ ਗਏ, ਜੇ ਭੁੱਖ ਨਾਲ ਹੀ ਇਸ ਕਿਲੇ 'ਚ ਮਰ ਗਏ, ਭੁਨ ਕੋ ਲੜੈ ਖਾਕ ਹਮ ਭਏ, ਤੇ ਫਿਰ ਕੌਣ ਲੜੇਗਾ? ਅਸੀਂ ਤੇ ਖਾਕ 'ਚ ਰਲ ਜਾਣਾ, ਸਾਡੀ ਤਾਂ ਲਾਸ਼ਾਂ ਇੱਥੇ ਪਈਆਂ ਰੁਲ ਜਾਣੀਆਂ ਨੇ, ਤੇ ਪਿੱਛੋਂ ਸਿੰਘਾਂ ਦਾ ਕਿਸੇ ਦਾ ਹੌਸਲਾ ਨਹੀਂ ਪੈਣਾ ਲੜਨ ਦਾ। ਦੇਖੋ ਸਿੱਖਣ ਕੋ ਹਿਤ ਕਰਕੇ, ਇਹ ਮਹਾਰਾਜ ਆਪਣੇ ਸਿੰਘਾਂ ਦਾ ਭਲਾ ਸੋਚੋ। ਕਾਲੀ ਕਾਲ ਖੇਦ ਬਹੁ ਭਰ ਕੇ, ਸਿੰਘਾਂ ਨੇ ਬੜੀ ਮਿਹਨਤ ਕੀਤੀ, ਕਾਲਣਾ ਕਾਲੀ ਤੁਹਾਡੇ ਨਾਲ ਅਸੀਂ ਆਪਣਾ ਤਨ ਮਨ ਵਾਰਿਆ, ਹੁਣ ਤੁਸੀਂ ਵੀ ਤੇ ਸਾਡਾ ਖਿਆਲ ਕਰੋ, ਸਾਨੂੰ ਅੰਨ ਦੇ ਵਾਸਤੇ ਭੁੱਖੇ ਨਾ ਮਰਨ ਦਿਓ, ਰੋਟੀ ਤੋਂ ਨਾ ਮਰਨ ਦਿਓ। ਅਬੈ ਬਦਾਵਾ ਨਹੀਂ ਲਿਖਾਵੋ, ਹੁਣ ਵਿਦਾਵਾ ਵੀ ਨਾ ਲਿਖਾਓ। ਮਹਾਰਾਜ ਕਹਿੰਦੇ ਨਾ ਜਾਓ ਤੁਸੀਂ ਲਿਖ ਕੇ ਵੀ ਅਸੀਂ ਤੇਰੇ ਸਿੱਖ ਨਹੀਂ, ਤੂੰ ਸਾਡਾ ਗੁਰੂ ਨਹੀਂ। ਉਹ ਕਹਿੰਦੇ ਮਹਾਰਾਜ ਏਦਾਂ ਦਾ ਨਾ ਕਰੋ, ਇਹ ਤਾਂ ਨਾ ਕੰਮ ਕਰਾਓ, ਸਾਨੂੰ ਵਿਦਾਵੇ ਨਾ ਲਿਖਵਾਓ, ਮਜਬੂਰ ਨਾ ਕਰੋ ਵਿਦਾਵਾ ਲਿਖਣ ਲਈ। ਖਾਰਜ ਸਿੱਖੀ ਤੇ ਨਾ ਕਰਾਵੋ, ਮਹਾਰਾਜ ਸਿੱਖੀ ਤੋਂ ਖਾਰਜ ਨਾ ਕਰੋ ਸਾਨੂੰ, ਅਸੀਂ ਮਹਾਰਾਜ ਤੁਹਾਡੇ ਸਿੱਖਿਆਂ, ਸਾਨੂੰ ਆਪਣੇ ਸਿੱਖ ਹੀ ਬਣੇ ਰਹਿਣ ਦਿਓ। ਸ਼ੁਦਾ ਕਸ਼ਟ ਲੈ ਲਿਖ ਕਰ ਦੇਂਗੇ, ਜੇ ਮਹਾਰਾਜ ਅਸੀਂ ਲਿਖਾਂਗੇ ਵੀ ਨਾ, ਅਸੀਂ ਖੁਸ਼ੀ ਨਾਲ ਥੋੜਾ ਵਿਦਾਵਾ ਲਿਖਾਂਗੇ, ਅਸੀਂ ਭੁੱਖ ਤੋਂ ਤੰਗ ਆਏ ਹੋਏ ਲਿਖਾਂਗੇ। ਪ੍ਰਾਨ ਬਚਾਵਨ ਹੇਤ ਚਹਾਂਗੇ, ਕਿਉਂਕਿ ਭੁੱਖ ਨਾਲ ਮਰਨਾ ਬੜਾ ਔਖਾ ਹੈ, ਲੜ ਕੇ ਮਰਨਾ ਸੌਖਾ, ਭੁੱਖੇ ਮਰਨਾ ਔਖਾ ਹੈ। ਤੇ ਮਹਾਰਾਜ ਅਸੀਂ ਪ੍ਰਾਣ ਬਚਾਉਣ ਵਾਸਤੇ ਜੇ ਲਿਖ ਵੀ ਦਿਆਂਗੇ ਤਾਂ ਵੀ ਮਹਾਰਾਜ ਦਿਲੋਂ ਤਾਂ ਨਹੀਂ ਲਿਖਾਂਗੇ ਨਾ, ਔਖੇ ਹੋ ਕੇ ਲਿਖਾਂਗੇ। ਹਾਂਜੀ, ਮਰਨ ਲਗਿਓ ਨਰ ਕਿਆ ਨਹਿ ਕਰੈ, ਆਹਾ ਮਰਨ ਲੱਗਾ ਬੰਦਾ ਕੀ ਨਹੀਂ ਕਰਦਾ। ਜਦੋਂ ਮੌਤ ਆ ਜਾਂਦੀ ਨਾ ਉਦੋਂ ਬੰਦਾ ਆਪਣੇ ਪ੍ਰਾਣ ਬਚਾਉਣ ਵਾਸਤੇ ਹਰ ਹੀਲਾ ਕਰਦਾ, ਯਤਨ ਕਰਦਾ ਵੀ ਹਾਂਜੀ, ਜੀਵਨ ਹੇਤ ਸਰਬ ਪਰ ਹਰੈ, ਆਪਣੀ ਜ਼ਿੰਦਗੀ ਵਾਸਤੇ ਸਾਰੀਆਂ ਚੀਜ਼ਾਂ ਦਾਅ ਤੇ ਲਾਈਆਂ ਜਾਂਦੀਆਂ। ਐਸਾ ਰਾਜਨੀਤੀ ਦੇ ਗ੍ਰੰਥਾਂ 'ਚ ਵੀ ਲਿਖਿਆ ਹੋਇਆ ਹੈ। ਆਪਣੇ ਪੰਥ ਕੇ ਬਨੋ ਸਹਾਏ, ਮਹਾਰਾਜ ਨੂੰ ਆਪਣੇ ਪੰਥ ਖਾਲਸੇ ਦੇ ਸਹਾਈ ਬਣੋ। ਸਿੰਘਾਂ ਨੂੰ ਭੁੱਖ ਨਾਲ ਨਾ ਮਰਨ ਦਿਓ, ਸਿੰਘਾਂ ਦੀਆਂ ਜਾਨਾਂ ਨਾ ਏਦਾਂ ਅਜਾਈ ਜਾਣ ਦਿਓ। ਲਿਹੋ ਕਸ਼ਟ ਤੇ ਪ੍ਰਾਨ ਬਚਾਏ, ਮਹਾਰਾਜ ਆਪਣੇ ਖਾਲਸੇ ਦੀਆਂ ਜਾਨਾਂ ਬਚਾਓ ਤੁਸੀਂ ਕਸ਼ਟ ਤੋਂ। ਸੁਣ ਕਰ ਦੀਨ ਬੈਨ ਗੁਰ ਬੋਲੇ, ਸਿੰਘਾਂ ਦੀ ਨਿਮਰਤਾ ਭਰੀ ਬੇਨਤੀ ਸੁਣ ਕੇ ਕਲਗੀਧਰ ਪਾਤਸ਼ਾਹ ਥੋੜੇ ਨਰਮ ਹੋਏ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਗਰਮੀ ਹੁੰਦੀ ਤੇ ਗਰਮੀ ਵਿਖਾਉਂਦੇ ਸੀ, ਜਿੱਥੇ ਨਰਮੀ ਤੇ ਨਰਮੀ ਵੀ ਗੱਲ ਕਰਦੇ। ਹਰ ਵੇਲੇ ਥੋੜਾ ਵੀ ਮਹਾਰਾਜ ਤੱਤੇ ਰਹਿੰਦੇ ਸੀ। ਉਹ ਤੁਰਕਾਂ ਸਾਹਮਣੇ ਮਹਾਰਾਜ ਗਰਮ ਬੋਲਦੇ ਸੀਗੇ, ਹੁਣ ਮਹਾਰਾਜ ਪਿਆਰ 'ਚ ਆ ਗਏ, ਸਿੰਘਾਂ ਨੂੰ ਸਮਝਾਉਣ ਲੱਗੇ। ਹਾਂਜੀ, ਧੀਰਜ ਧਰੋ ਨਹੀਂ ਮਨ ਡੋਲੇ, ਸਿੰਘੋ ਹੌਸਲਾ ਰੱਖੋ। ਭਾਈ ਖਾਲਸਾ ਜੀ ਤੁਸੀਂ ਮੇਰੇ ਬੱਚੇ ਹੋ, ਮੇਰੇ ਸਿੰਘ ਹੋ, ਧੀਰਜ ਰੱਖੋ, ਮਨ ਨਾ ਡੁਲਾਓ। ਹਮ ਤੁਮਰੇ ਸੁਖ ਹੂੰ ਕੋ ਚਾਹੈ, ਅਸੀਂ ਤੁਹਾਡਾ ਭਲਾ ਹੀ ਚਾਹੁੰਦੇ ਹਾਂ, ਅਸੀਂ ਤੁਹਾਡਾ ਸੁੱਖ ਮੰਗਦੇ ਹਾਂ, ਸਾਨੂੰ ਤੁਸੀਂ ਬੱਚਿਆਂ ਨਾਲੋਂ ਪਿਆਰੇ ਹੋ ਖਾਲਸਾ ਜੀ। ਨਹਿ ਜਾਣੋ ਇਹ ਛਲੀ ਮਹਾ ਹੈ, ਤੁਸੀਂ ਨਹੀਂ ਜਾਣਦੇ ਇਹਨਾਂ ਤੁਰਕਾਂ ਦੀਆਂ ਕਸਮਾਂ ਝੂਠੀਆਂ ਹਨ, ਇਹ ਛਲੀਏ ਹਨ। ਛਲ ਕਰਕੇ ਮਾਰਨਾ ਇਹਨਾਂ ਦੀ ਫਿਤਰਤ ਹੈ, ਆਦਤ ਹੈ, ਸੁਭਾਅ ਹੈ ਇਹਨਾਂ ਦਾ।
ਹਾਂਜੀ। ਗੁਜਰ ਹੈ ਬੁਰਾ ਤੁਮਾਰੇ ਸਿਰ ਪਰ। ਸਿੰਘੋ ਤੁਹਾਡੇ ਤੇ ਬੁਰਾ ਸਮਾਂ ਆਏਗਾ ਜੇ ਤੁਸੀਂ ਕਿਲਾ ਛੱਡੋਗੇ। ਤੁਹਾਡੇ ਸਿਰ ਤੇ ਗਜਬ ਗੁਜਰੇਗਾ, ਕਹਿਰ ਗੁਜਰੇਗਾ, ਤੁਹਾਡੀਆਂ ਬਰਬਾਦੀਆਂ ਹੋ ਜਾਣਗੀਆਂ, ਤਬਾਹੀਆਂ ਹੋ ਜਾਣਗੀਆਂ ਜੇ ਬਾਹਰ ਨਿਕਲ ਗਏ ਤਾਂ। ਜਹੋਂ ਬਚਾਵਨ ਤਿਸ ਤੇ ਹਿਤ ਧਰ। ਇਸ ਕਰਕੇ ਮੈਂ ਸਿੰਘੋ ਤੁਹਾਨੂੰ ਬਚਾਉਣਾ ਚਾਹੁੰਦਾ, ਹਿੱਤ ਕਰਕੇ ਤੁਹਾਨੂੰ ਆਪਣੇ ਬੱਚੇ ਸਮਝ ਕੇ, ਆਪਣੇ ਪੁੱਤਰ ਸਮਝ ਕੇ ਤੁਹਾਡੀਆਂ ਜਾਨਾਂ ਬਚਾਉਣੀਆਂ ਚਾਹੁੰਦੇ ਹਾਂ ਅਸੀਂ। ਕਿਤਕ ਕਾਲ ਇਮ ਔਰ ਬਿਤਾਵੋ। ਸਿੰਘੋ ਕੁਝ ਸਮਾਂ ਹੋਰ, ਇਹਨਾਂ ਤੁਸੀਂ 7 ਮਹੀਨੇ ਕੱਟ ਲਏ ਔਖੇ ਸੌਖੇ, ਕੁਝ ਦਿਨ ਹੋਰ ਆਪਣੇ ਭਲੇ ਵਾਸਤੇ ਇੱਥੇ ਕਿਲੇ ਦੇ ਅੰਦਰ ਰਹਿ ਜਾਓ। ਪੁਨ ਮਨ ਭਾਵਤ ਭੋਜਨ ਖਾਵੋ। ਫਿਰ ਜੋ ਮਨ ਕਰੇ ਉਦਾਂ ਦਾ ਭੋਜਨ ਤੁਹਾਨੂੰ ਮਿਲੇਗਾ, ਲੰਗਰ ਲੱਗ ਜਾਣਗੇ, ਕੋਈ ਘਾਟਾ ਨਹੀਂ ਰਹੇਗਾ। ਬਸ ਥੋੜੇ ਦਿਨਾਂ ਦੀ ਗੱਲ ਹੈ, ਸਿੰਘੋ ਹੌਸਲਾ ਕਰੋ। ਬਾਸਰ 20 ਕੇ ਬਸੋ 19। ਮਹਾਰਾਜ ਨੇ ਬਚਨ ਕੀਤਾ ਸੀ, ਕਹਿੰਦੇ 20 ਦਿਨ ਸਿੰਘੋ ਕੱਟ ਲਓ। 7 ਮਹੀਨੇ ਕੱਟ ਲਏ ਇਹਨੇ, 20 ਦਿਨ ਕੱਟ ਲਓ। ਸਿੰਘ ਕਹਿੰਦੇ ਨਹੀਂ ਮਹਾਰਾਜ 20 ਦਿਨ ਨਹੀਂ। ਮਹਾਰਾਜ ਕਹਿੰਦੇ 19 ਦਿਨ ਕੱਟ ਲਓ। ਕਹਿ 18 ਸਿਮਰੋ ਜਗਦੀਸ਼। ਮਹਾਰਾਜ ਕਹਿੰਦੇ 19, ਕਹਿੰਦੇ ਸਿੰਘ ਕਹਿੰਦੇ ਨਹੀਂ ਮਹਾਰਾਜ। ਮਹਾਰਾਜ ਕਹਿੰਦੇ 18 ਦਿਨ ਕੱਟ ਲਓ। ਕਿਦੋਂ ਸਪਤ 10 ਖੋੜਸ ਰਹੋ। ਫਿਰ ਮਹਾਰਾਜ ਕਹਿੰਦੇ ਚਲੋ 17 ਹੀ ਕੱਟ ਲਓ। ਸਿੰਘ ਕਹਿੰਦੇ ਨਹੀਂ ਮਹਾਰਾਜ। ਮਹਾਰਾਜ ਕਹਿੰਦੇ 16 ਦਿਨ ਕੱਟ ਲਓ। ਕਹਿ 10 5 ਥਿਰੋ ਸੁਖ ਲਹੋ। ਮਹਾਰਾਜ ਕਹਿੰਦੇ 15 ਦਿਨ ਹੀ ਸੁੱਖ ਨਾਲ ਔਖੇ ਹੋ ਕੇ ਕਰ ਲਓ। ਇਤਨੇ ਦਿਨ ਮਹਿ ਦੋਨੋਂ ਲੋਕ। ਇੰਨੇ ਦਿਨ 15 ਦਿਨ ਸਾਨੂੰ ਦੇ ਦਿਓ, 15 ਦਿਨਾਂ 'ਚ ਤੁਹਾਡਾ ਲੋਕ ਵੀ ਸਵਾਰਾਂਗਾ, ਪਰਲੋਕ ਵੀ ਸਵਾਰ ਦਿਆਂਗਾ। ਕਰੋ ਸੁਧਾਰਨ ਮਿਟੋ ਸੋਕ। ਸਾਰੇ ਕੰਮ ਸੁਧਾਰ ਦਿਆਂਗੇ ਅਸੀਂ, ਤੁਹਾਡੇ ਸੋਗ ਮਿਟਾ ਦਿਆਂਗੇ। 15 ਦਿਨ ਕੱਟ ਲਓ, ਦਿੱਲੀ ਤੇ ਤੁਹਾਡਾ ਰਾਜ ਕਰਾ ਦਿਆਂਗੇ, ਲਾਹੌਰ ਤੇ ਵੀ ਤੁਹਾਡਾ ਰਾਜ ਕਰਾ ਦਿਆਂਗੇ। ਪੁਨ ਸਿੱਖ ਕਹੈ ਸੁਨੋ ਗੁਰ ਪੂਰੇ। ਇਹ ਸੁਣ ਕੇ ਸਿੰਘ ਕਾਹਲੇ ਪੈ ਗਏ, ਕਹਿੰਦੇ ਮਹਾਰਾਜ ਜੀ ਅਬ ਤੋ ਨਿਕਸਨ ਬਨੈ ਜਰੂਰੇ। ਮਹਾਰਾਜ ਨਹੀਂ, 15 ਦਿਨ ਤਾਂ ਸਾਨੂੰ 15 ਸਾਲਾਂ ਵਰਗੇ ਲੱਗਦੇ ਆ। ਅੱਜ ਹੀ ਇੱਥੋਂ ਛੱਡ ਕੇ ਨਿਕਲੀਏ ਕਿਲਾ। ਏਕ ਦਿਵਸ ਪੀ ਬਸਿਓ ਨਾ ਜਾਈ। ਤੁਸੀਂ ਤੇ 15 ਦਿਨ ਕਹਿੰਦੇ ਹੋ ਮਹਾਰਾਜ, ਇੱਕ ਦਿਨ ਵੀ ਨਹੀਂ ਰਿਹਾ ਜਾਂਦਾ, ਭੁੱਖ ਨਾਲ ਹਾਲ ਬੇਹਾਲ ਹੋਇਆ ਪਿਆ ਹੈ। ਨਿਕਸਨ ਕੋ ਚਾਹਤ ਸਮਦਾਈ। ਸਭ ਮਹਾਰਾਜ ਜਿੰਨੇ ਵੀ ਅਸੀਂ ਖੜੇ ਆ, ਸਿੰਘ ਸਿੰਘਣੀਆਂ ਬੱਚੇ, ਜਿੰਨਾ ਕੋਈ ਅਨੰਦਪੁਰ ਸਾਹਿਬ 'ਚ ਜੀ ਰਹਿੰਦਾ, ਸਭ ਇੱਥੋਂ ਨਿਕਲਣਾ ਹੀ ਚਾਹੁੰਦੇ। ਇੱਥੋਂ ਤੱਕ ਮਹਾਰਾਜ ਘੋੜੇ ਵੀ ਚਾਹੁੰਦੇ ਆ ਵੀ ਕੋਈ ਦਾਣਾ ਖਾਣ ਨੂੰ ਮਿਲੇ ਤੇ ਨਿਕਲੀਏ ਇੱਥੋਂ। ਵਿਆਕਲ ਪੈ ਸ਼ੁਦਤ ਤ੍ਰਿਤ ਹਾਰਾ। ਮਹਾਰਾਜ ਵਿਆਕਲ ਹੋ ਗਏ ਆ ਭੁੱਖ ਨਾਲ। ਹਾਂਜੀ, ਸ਼ਤਰਨ ਸਨ ਲੜ ਘਿਓ ਅਖਾਰਾ। ਵੈਰੀਆਂ ਨਾਲ ਲੜ ਲੜ ਕੇ ਮਹਾਰਾਜ ਹੰਬ ਗਏ ਆ ਤੇ ਮਹਾਰਾਜ ਰੱਜ ਗਏ ਆ ਭੁੱਖਿਆਂ ਰਹਿ ਰਹਿ ਕੇ। ਕਿਸੇ ਕਵੀ ਨੇ ਲਿਖਿਆ ਰੱਜ ਗਏ ਆ ਭੁੱਖਿਆਂ ਰਹਿ ਕੇ, ਭੁੱਖੇ ਰਹਿ ਰਹਿ ਕੇ ਰੱਜ ਗਏ ਆ। ਇਹ ਸੱਚੇ ਪਾਤਸ਼ਾਹ ਜੀ, ਸਾਥੋਂ ਨਹੀਂ ਹੋਰ ਇਹ ਸਮਾਂ ਕੱਟਿਆ ਜਾਂਦਾ। ਹਾਂਜੀ, ਹਾਰ ਪਰੇ ਮੂਰਖ ਚੱਕ ਮਾਰ। ਇਹ ਮਹਾਰਾਜ ਇਹ ਮੂਰਖ ਦੇਖੋ ਕਿੰਨੀ ਵਾਰੀ ਆ ਕੇ ਚੱਕ ਮਾਰਦੇ, ਤੁਹਾਨੂੰ ਬਾਰ-ਬਾਰ ਕਹਿੰਦੇ ਹਨ ਵੀ ਸਾਨੂੰ ਮਹਾਰਾਜ ਜੀ ਕਿਲਾ ਖਾਲੀ ਕਰ ਦਿਓ, ਅਸੀਂ ਤੁਹਾਡਾ ਰਾਹ ਨਹੀਂ ਰੋਕਾਂਗੇ। ਯਾਂਤੇ ਕਰਹਿ ਸਪਤ ਉਦਾਰ। ਜ਼ੋਰ ਲਾ ਬੈਠੇ, ਲੜਾਈ ਤੋਂ ਕਰਕੇ ਹਾਰ ਗਏ ਨੇ, ਹੁਣ ਮਹਾਰਾਜ ਸਹੁੰਆਂ ਪਾਉਂਦੇ ਨੇ ਤੇ ਹੁਣ ਇਹਨਾਂ ਦੀਆਂ ਸਹੁੰਆਂ ਦਾ ਖਿਆਲ ਕਰੋ। ਅਬ ਨਿਕਸਨ ਹੀ ਤੁਮ ਕੋ ਬਨੈ। ਹੁਣ ਤਾਂ ਮਹਾਰਾਜ ਤੁਹਾਨੂੰ ਨਿਕਲਣਾ ਹੀ ਚਾਹੀਦਾ, ਕਿਲਾ ਛੱਡਣਾ ਹੀ ਚਾਹੀਦਾ। ਉਹ ਕੁਰਾਨ ਦੀਆਂ ਕਸਮਾਂ ਪਾ ਰਹੇ ਨੇ, ਗੀਤਾ ਦੀਆਂ ਕਸਮਾਂ ਪਾ ਰਹੇ ਨੇ, ਠਾਕੁਰ ਦੀਆਂ ਕਸਮਾਂ ਪਾ ਰਹੇ ਨੇ, ਗਊ ਦੀਆਂ ਕਸਮਾਂ ਪਾ ਰਹੇ ਨੇ। ਹਾਂਜੀ, ਜਿਸ ਤੇ ਰਹਿ ਪ੍ਰਾਨ ਕੇ ਸਨੈ। ਪ੍ਰਾਣ ਬਚ ਜਾਣਗੇ ਮਹਾਰਾਜ ਸਾਡੇ, ਫਿਰ ਆਪਾਂ ਇਹਨਾਂ ਵੈਰੀਆਂ ਦੇ ਨਾਲ 2-2 ਹੱਥ ਕਰ ਲਵਾਂਗੇ। ਪੁਨ ਗੁਰ ਕਹਿਓ 5-10 ਦਿਓਸਾ। ਮਹਾਰਾਜ ਕਹਿੰਦੇ ਸਿੰਘੋ 15 ਦਿਨ ਵੀ ਨਹੀਂ ਕੱਟ ਸਕਦੇ ਤੁਸੀਂ। ਜੇ ਨਹਿ ਰਹਤੇ ਧਾਰ ਭਰੋਸਾ। ਜੇ 15 ਦਿਨ ਵੀ ਸਾਡੇ ਬਚਨ ਤੇ ਤੁਸੀਂ ਨਹੀਂ ਟਿਕਦੇ। 14 13 ਦੁਆਦਸ ਰਹੋ। 14 ਦਿਨ ਕੱਟ ਲਓ, ਇੱਕ ਦਿਨ ਮਹਾਰਾਜ ਘਟਾਈ ਜਾਂਦੇ ਆ। ਇਹ ਮਹਾਰਾਜ ਦੀ ਲੀਲਾ ਸੀ। ਸਾਧ ਸੰਗਤ ਦੇ ਬਚਨ ਮੰਨ ਲੈਂਦੇ ਨਾ ਸਿੰਘ, ਤੇ ਉਦੋਂ ਖਾਲਸੇ ਦਾ ਰਾਜ ਪੂਰੇ ਸੰਸਾਰ ਤੇ ਹੋਣਾ ਸੀਗਾ। ਬਚਨ ਨਹੀਂ ਮੰਨ ਸਕੇ, ਖੇਡ ਹੀ ਹੈ ਨਾ। ਮਹਾਰਾਜ ਕਹਿੰਦੇ 14 ਦਿਨ ਕੱਟ ਲਓ, ਕਹਿੰਦੇ ਮਹਾਰਾਜ ਨਹੀਂ 14 ਦਿਨ ਬੜੇ ਹੁੰਦੇ। ਮਹਾਰਾਜ ਕਹਿੰਦੇ 13 ਦਿਨ ਰਹਿ ਜਾਓ। ਉਨ ਮਨ ਭਾਵਤ ਸੁਖ ਸਭ ਲਹੋ। ਮਹਾਰਾਜ ਕਹਿੰਦੇ 13 ਦਿਨ ਹੀ ਕੱਟ ਲਓ, ਚਲੋ ਫੇਰ ਮਨ ਭਾਉਂਦੇ ਸੁੱਖ ਦਿਆਂਗਾ ਤੁਹਾਨੂੰ। ਹਾਂਜੀ, ਇਕਾਦਸ਼ 10 9 ਅਸ਼ਟ ਬਦੀਸੈ। 11 ਦਿਨ 10ਵੇਂ 12 ਦਿਨ 11 ਦਿਨ 10 ਦਿਨ ਮਹਾਰਾਜ 8 ਤੇ 9 ਏਦਾਂ ਥੱਲੇ ਆਈ ਜਾਂਦੇ ਮਹਾਰਾਜ। ਹਾਂਜੀ, ਰਿਪ ਹਟ ਜਾਹੇ ਇਹਾ ਸੁਖ ਲੀਜੈ। ਇੱਕ ਹਫ਼ਤਾ ਕੱਟ ਲਓ, ਚਲੋ
ਮਹਾਰਾਜ ਕਹਿੰਦੇ ਦੁਸ਼ਮਣ ਭੱਜੇਗਾ ਛੱਡ ਕੇ ਮੈਦਾਨ। ਜੇ ਔਰ ਕਹੀ ਕਰੋ ਪਿਆਰੇ, ਜੇ ਤੁਹਾਨੂੰ ਮੇਰਾ ਇੰਨੇ ਬਚਨ ਨਾਲ ਵਿਸ਼ਵਾਸ ਨਹੀਂ ਹੈ ਸਪਤ ਦਿਵਸ ਲਿਹੋ ਧੀਰਜ ਧਾਰੇ। ਤਾਂ ਚਲੋ 7 ਦਿਨ ਹੌਸਲਾ ਰੱਖ ਲਓ। 7 ਦਿਨ ਮਹਾਰਾਜ ਕਹਿੰਦੇ ਘੱਟ ਇਹਨਾਂ ਤੇ ਕਰ ਲਓ। ਅਬ ਨਿਕਸਨ ਹੋਏ ਗਜਬ ਗੁਜਾਰਨ, ਜੇ ਅੱਜ ਨਿਕਲੋਗੇ ਤੇ ਬੜਾ ਗਜਬ ਹੋਏਗਾ। ਅੱਜ ਨਿਕਲੋਗੇ ਬਹੁਤ ਨੁਕਸਾਨ ਹੋਵੇਗਾ। ਹਾਂਜੀ, ਬਚੋ ਨਹੀਂ ਹੋਏ ਸੋ ਭਿੰਨ ਸੰਘਾਰਨ। ਬਚੋਗੇ ਨਹੀਂ ਨੁਕਸਾਨ ਹੋ ਜਾਏਗਾ, ਮਾਰੇ ਜਾਓਗੇ, ਸਾਰੇ ਸਿੰਘ ਸ਼ਹੀਦ ਹੋ ਜਾਓਗੇ, ਪਰਿਵਾਰ ਦਾ ਬੱਚਿਆਂ ਦਾ ਸਭ ਦਾ ਨੁਕਸਾਨ ਹੋਵੇਗਾ। ਜਿਮ ਬਾਲਕ ਪਿਕ ਰੂਪ ਅਗਨ ਕੋ, ਜਿਵੇਂ ਬੱਚਾ ਸੋਹਣੀ ਅੱਗ ਵੇਖ ਕੇ ਚੁੱਲ੍ਹੇ 'ਚ ਬਲਦੀ ਉਹਨੂੰ ਫੜਨਾ ਚਾਹੁੰਦਾ ਹੈ। ਬੱਚਾ ਛੋਟਾ ਜਦੋਂ ਬੱਚਾ ਸਾਲ ਕੁ ਦਾ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ ਵੀ ਅੱਗ, ਉਹ ਅੱਗ ਦੀ ਚਮਕ ਵੇਖ ਕੇ ਬੜਾ ਲੁਭਾਇਮਾਨ ਹੁੰਦਾ ਵੀ ਅੱਗ ਦਾ ਰੂਪ ਬੜਾ ਸੋਹਣਾ, ਤੇ ਅੱਗ ਨੂੰ ਫੜਨਾ ਚਾਹੁੰਦਾ ਹੈ। ਵਰਨ ਚਹੈ ਨਹਿ ਲਖੈ ਜਰਨ ਕੋ, ਉਹ ਚੁੱਲ੍ਹੇ 'ਚ ਵੜਨਾ ਚਾਹੁੰਦਾ ਹੈ, ਅੱਗ ਨੂੰ ਚੁੱਕਣੀ ਚਾਹੁੰਦਾ, ਉਹਨੂੰ ਅੱਗ ਸੋਹਣੀ ਲੱਗਦੀ ਹੈ, ਉਹਨੂੰ ਇਹ ਨਹੀਂ ਪਤਾ ਕਿ ਇਹਨੂੰ ਹੱਥ ਲਾਇਆ ਮੈਂ ਸੜ ਜਾਵਾਂਗਾ। ਮਾਤਾ ਪਿਤਾ ਸੁਭਾਰਨ ਕਰੈ, ਮਾਤਾ ਪਿਤਾ ਉਹਨੂੰ ਸੰਭਾਲਦੇ ਆ ਵੀ ਅੱਗ ਦੇ ਵਿੱਚ ਹੱਥ ਨਾ ਸਾੜ ਲਵੇ। ਵਰਜਤ ਪਕਰਹਿ ਬੀਚ ਨਾ ਪਰੈ, ਉਹ ਵਰਜਦੇ ਆ, ਉਹਨੂੰ ਪਤਾ ਹੁੰਦਾ ਕਿ ਬੱਚਾ ਨਿਆਣਾ ਹੈ, ਅੱਗ ਵਿੱਚ ਵੜ ਕੇ ਸੜ ਨਾ ਜਾਵੇ। ਹਾਂਜੀ, ਤਉ ਹਮ ਤਮ ਕੋ ਬਹੁ ਵਰਜੀਤੇ। ਇਸ ਤਰ੍ਹਾਂ ਸਿੰਘੋ ਅਸੀਂ ਤੁਹਾਨੂੰ ਰੋਕਦੇ ਹਾਂ, ਵਰਜਦੇ ਹਾਂ, ਇਹ ਅੱਗ ਵਿੱਚ ਹੱਥ ਪਾਓ। ਇਹ ਜੋ ਬਾਹਰ ਨਿਕਲੋਗੇ ਨਾ ਤੁਸੀਂ, ਇਹ ਦੁਸ਼ਮਣ ਤੁਹਾਨੂੰ ਸਾੜ ਦੇਣਗੇ, ਖਤਮ ਕਰ ਦੇਣਗੇ। ਹਾਂਜੀ, ਬੁਰਾ ਹੋਤ ਸਿਰ ਨਹੀਂ ਲਖੰਤੇ, ਤੁਹਾਨੂੰ ਇਹ ਪਤਾ ਹੀ ਨਹੀਂ ਤੁਹਾਡੇ ਸਿਰ ਤੇ ਕਾਲ ਆਇਆ ਹੋਇਆ, ਇਹ ਤੁਹਾਡਾ ਬੁਰਾ ਕਰਨ ਲਈ ਤੁਰਕ ਜਿਹੜੇ ਨੇ ਪੂਰਾ ਜ਼ੋਰ ਲਾ ਰਹੇ ਨੇ ਕਿ ਸਿੰਘਾਂ ਦਾ ਖਾਤਮਾ ਕਰ ਦਈਏ, ਖਾਲਸਾ ਪੰਥ ਦਾ ਖਾਤਮਾ ਕਰ ਦਈਏ। ਸੁਨ ਸਿੱਖ ਕਹੈ ਬੁਰਾ ਅਬ ਨਾਹੀ, ਅੱਗੋਂ ਸਿੰਘ ਕਹਿਣ ਲੱਗੇ ਮਹਾਰਾਜ ਬੁਰਾ ਹੁਣ ਨਹੀਂ ਹੋਣਾ ਜੇ ਨਿਕਲ ਗਏ, ਬਲਕਿ ਜੇ ਅੱਜ ਦਾ ਸਮਾਂ ਟਾਲਦਾ ਫਿਰ ਬੁਰਾ ਹੋਵੇਗਾ। ਸਿੰਘ ਇਹ ਸੋਚੀ ਬੈਠੇ ਆ ਵੀ ਜੇ ਆਪਾਂ ਕਿਲੇ 'ਚ ਰਹਿ ਗਏ ਭੁੱਖ ਨਾਲੋਂ ਜੀ ਮਰ ਜਾਂਗੇ 2-4 ਦਿਨਾਂ ਨੂੰ, ਤੇ ਜੇ ਅਸੀਂ ਬੈਠੇ ਡਿੱਗ ਪਏ ਬੇਹਾਲ ਹੋ ਕੇ ਭੁੱਖ ਨਾਲ, ਦੁਸ਼ਮਣ ਆ ਕੇ ਮਾਰ ਦੇਵੇਗਾ, ਵੱਢ ਦੇਵੇਗਾ। ਉਹ ਇਦਾਂ ਸੋਚਦੇ, ਤੇ ਮਹਾਰਾਜ ਸੋਚਦੇ ਆ ਵੀ ਹੰਬ ਕੇ ਤੁਰਕ ਉੱਠ ਜਾਣਗੇ। ਮਹਾਰਾਜ ਨੀਤੀ ਵਰਤ ਰਹੇ ਆ ਕਿਉਂਕਿ ਤੁਰਕਾਂ ਦਾ ਵੀ ਜ਼ੋਰ ਲੱਗਾ ਪਿਆ ਸੀ ਨਾ, ਉਹ ਵੀ ਬਾਹਰ ਤੰਗ ਆਏ ਹੋਏ ਸੀ। ਉਹਨਾਂ ਨਾਲ ਅਸੀਂ ਵੀ ਜੇ ਗੁਰੂ ਸਾਹਿਬ ਕਿਲਾ ਛੱਡਣ ਤਾਂ ਠੀਕ ਹੈ, ਨਹੀਂ ਆਪਾਂ ਘੇਰਾ ਉਠਾ ਕੇ ਪਿੱਛੇ ਹਟ ਜਾਈਏ। ਮਹਾਰਾਜ ਕਹਿੰਦੇ ਇਹਨਾਂ ਨੂੰ ਭਜਾਈਏ ਆਪਾਂ। ਹਾਂਜੀ, ਲਖਿਅਤ ਬੁਰਾ ਦਰਗ ਕੇ ਮਾਹੀ, ਉਹ ਸਮਝਦੇ ਆ ਵੀ ਕਿਲੇ 'ਚ ਰਹਿਣ ਨਾਲ ਸਾਡਾ ਨੁਕਸਾਨ ਹੋਵੇਗਾ। ਕਹਿੰਦੇ ਮਹਾਰਾਜ ਜੀ ਸਾਨੂੰ ਤਾਂ ਇੱਥੇ ਰਹਿਣ 'ਚ ਬੁਰਾ ਨਜ਼ਰ ਆਉਂਦਾ, ਤੁਸੀਂ ਬਾਹਰ ਨਿਕਲ 'ਚ ਬੁਰਾ ਸਮਝਦੇ ਹੋ ਗੁਰੂ ਜੀ, ਅਸੀਂ ਇੱਥੇ ਰਹਿਣ 'ਚ ਬੁਰਾ ਸਮਝਦੇ ਹਾਂ। ਅੰਨ ਬਿਨਾ ਸਗਰੇ ਮਰ ਜੈ ਹੈ, ਮਹਾਰਾਜ ਬਿਨਾਂ ਰੋਟੀ ਦੇ ਅੰਨ ਦੇ ਮਰ ਜਾਂਗੇ ਸਾਰੇ। ਕਹਿ ਮਿਲ ਸਤਰ ਕਤਲ ਕਰ ਦੈ ਹੈ, ਦੁਸ਼ਮਣ ਪਿਆਂ ਨੂੰ ਆ ਕੇ ਘੇਰ ਲੇਗਾ, ਮਾਰ ਦੇਵੇਗਾ। ਦੋਨੋਂ ਮਹੈ ਤੇ ਇੱਕ ਹਵੈ ਜੈ ਹੈ, ਦੋਵਾਂ 'ਚ ਇੱਕ ਗੱਲ ਹੋਣੀ ਹੈ ਮਹਾਰਾਜ, ਬਚੈ ਨਾ ਪੁੰਨ ਨ ਉਪ ਇਹ ਬਨੈ ਹੈ, ਬਚੈ ਨਾ ਪੁੰਨ ਨਾ ਉਪਾਏ ਬਨੈ ਹੈ। ਫਿਰ ਨਹੀਂ ਬਚਾਂਗੇ, ਫਿਰ ਕੋਈ ਹੀਲਾ ਵੀ ਨਹੀਂ ਹੋਏਗਾ। ਦੁਸ਼ਮਣ ਜੇ ਵੜ ਗਿਆ ਕਿਲੇ ਵਿੱਚ, ਹੁਣ ਤਾਂ ਦੁਸ਼ਮਣ ਰਸਤਾ ਦੇ ਰਿਹਾ, ਤੇ ਫਿਰ ਉਹਨਾਂ ਰਸਤਾ ਥੋੜਾ ਦੇਣਾ, ਉਹਨਾਂ ਤੇ ਫਿਰ ਸਾਨੂੰ ਘੇਰ ਕੇ ਮਾਰਨਾ। ਹੁਣ ਮੌਕਾ ਦਿੰਦੇ ਨੇ, ਹੁਣ ਤੇ ਕਸਮਾਂ ਚੁੱਕਦੇ ਨੇ, ਫਿਰ ਥੋੜਾ ਉਹਨਾਂ ਦੇ ਕਸਮਾਂ ਲਾਗੂ ਹੋਣਗੀਆਂ। ਹਾਂਜੀ, ਅਬ ਤੋ ਰਹਿਓ ਜਾਏ ਨਹਿ ਸੁਆਮੀ, ਮਹਾਰਾਜ ਸਾਡੇ ਕੋਲੋਂ ਨਹੀਂ ਲੁਕਿਆ ਜਾਂਦਾ, ਹੁਣ ਭੁੱਖ ਨਾਲ ਹਾਲ ਬੇਹਾਲ ਹੋਇਆ ਪਿਆ ਹੈ। ਲਖੋ ਖੇਦ ਅਬ ਅੰਤਰ ਜਾਮੀ, ਆਪ ਅੰਤਰਜਾਮੀ ਹੋ, ਤੁਸੀਂ ਸਮਝੋ ਮਹਾਰਾਜ ਸਾਡਾ ਦੁੱਖ ਕਿੰਨਾ ਭਾਰੀ ਹੈ। ਇਮ ਬੋਲਤ ਪੈ ਸਿੰਘ ਅਗਾਰੀ, ਇਸ ਤਰ੍ਹਾਂ ਸਿੰਘ ਮਹਾਰਾਜ ਦੇ ਸਾਹਮਣੇ ਬੋਲ ਰਹੇ ਨੇ, ਬਾਰ-ਬਾਰ ਕਹਿ ਰਹੇ ਨਹੀਂ ਮਹਾਰਾਜ ਜੀ ਚੱਲੋ, ਤੇ ਮਹਾਰਾਜ ਕਹਿੰਦੇ ਨਹੀਂ ਸਿੰਘੋ ਰੁਕੋ। ਹਾਂਜੀ, ਪੁਨ ਸ੍ਰੀ ਗੁਜਰੀ ਆਨ ਉਚਾਰੀ, ਫਿਰ ਮਾਤਾ ਗੁਜਰੀ ਜੀ ਕੋਲ ਖੜੇ ਬੋਲੇ, ਫਟ ਨਹਿ ਗਹੋ ਪੁੱਤਰ ਅਬ ਚਲੀਏ, ਮਾਤਾ ਜੀ ਕਹਿੰਦੇ ਪੁੱਤਰ ਜੀ ਹਠ ਨਾ ਕਰੋ, ਜਿੱਦ ਨਾ ਕਰੋ, ਚੱਲੋ, ਛੱਡੋ ਕਿਲਾ ਆਨੰਦਪੁਰ ਦਾ, ਇਸ ਜਗ੍ਹਾ ਦਾ ਮੋਹ ਥੋੜੇ ਸਮੇਂ ਲਈ ਛੱਡ ਦਿਓ, ਤਾਂ ਹੀ ਬਚਾਅ ਹੋਵੇਗਾ। ਰਿਪਤੇ ਵਹਿਰ ਤੁਰਤ ਹੀ ਠਲੀਏ, ਆ ਦੁਸ਼ਮਣ ਦੇ ਘੇਰੇ ਚੋਂ ਇੱਕ ਵਾਰੀ ਠਿੱਲੋ ਪਾਰ ਨਿਕਲ ਚਲੀਏ, ਦੂਰ ਨਿਕਲ ਚਲੀਏ। ਨਿਜ ਕਟੰਬ ਕੋ ਲਿਹੋ ਬਚਾਏ, ਆਪਣਾ ਪਰਿਵਾਰ ਆਪਣਾ ਪੰਥ ਬਚਾ ਲਓ। ਭਈ ਬਾਤ ਓਰਕ ਕੀ ਆਏ, ਇਹ ਓੜਕ ਦੀ ਗੱਲ ਆ ਗਈ ਹੈ, ਸਾਹ ਲੱਭਾਂ ਤੇ ਆਏ ਪਏ ਨੇ, ਭੁੱਖ ਨਾਲ ਵੀ ਮਰ ਰਹੇ ਆ, ਤੇ ਮਹਾਰਾਜ ਦੁਸ਼ਮਣ ਵੀ ਸਿਰ ਤੇ ਬੈਠਾ ਹੈ, ਹਰ ਪਾਸੇ ਮੌਤ ਹੀ ਮੌਤ ਦਿਸਦੀ ਹੈ। ਹੁਣ ਕਿਰਪਾ ਕਰੋ, ਆਪਣਾ ਪਰਿਵਾਰ ਆਪਣਾ ਪੰਥ ਆਪਣੇ ਸਿੱਖਾਂ ਨੂੰ ਬਚਾ ਕੇ ਲੈ ਚੱਲੋ ਇੱਕ ਵਾਰੀ। ਜਿਮ ਤੁਮਰੇ ਉਰ ਹੋਏ ਵਿਸਵਾਸਾ, ਮਹਾਰਾਜ ਜਿਵੇਂ ਤੁਹਾਡਾ ਮਨ ਵਿਸ਼ਵਾਸ ਕਰੇ ਮੈਂ ਉਦਾਂ ਹੀ ਤੁਰਕਾਂ ਕੋਲੋਂ ਲਿਖਵਾ ਦਿੰਨੀ ਆ। ਮਾਤਾ ਜੀ ਕਹਿੰਦੇ
ਤਥਾ ਸਪਤ ਕਰਾਵੋ ਅਨਾਸਾ। ਉਹੋ ਜੀ ਕਸਮ ਪਵਾ ਲਓ, ਜਿਵੇਂ ਲਿਖਵਾਣਾ ਉਵੇਂ ਲਿਖਵਾ ਲਓ ਤੁਰਕਾਂ ਦੇ ਕੋਲੋਂ। ਮੈਂ ਕਹਿ ਦਿਓ ਨਿਰਪਤ ਤੇ ਵਿਪਰ। ਮੈਂ ਕਹਿ ਦਿੱਤਾ ਹੈ, ਹੁਣੇ ਹੁਣੇ ਰਾਜਾ ਭੀਮ ਚੰਦ ਦਾ ਪ੍ਰੋਤ ਤੇ ਕਾਜੀ ਆਉਣਗੇ, ਆਪਣੇ ਆਪਣੇ ਤਰੀਕੇ ਨਾਲ ਜਿਵੇਂ ਉਹ ਤੁਸੀਂ ਕਸਮ ਪਵਾਣੀ ਚਾਹੋਗੇ ਉਵੇਂ ਪਵਾ ਲਿਆ ਜੇ। ਆਨ ਹੈ ਆਨ ਧੇਨ ਕੀ ਛਿਪਰ। ਹੁਣੇ ਉਹ ਗਊ ਦੀ ਕਸਮ, ਆਟੇ ਦੀ ਗਊ ਬਣਾ ਕੇ ਆਉਣਗੇ ਤੇ ਗਊ ਦੀ ਕਸਮ ਪਾਣਗੇ। ਸ਼ਾਹੋ ਦਿਸ਼ਾ ਤੇ ਸਿੱਧ ਆਵੈ। ਉਧਰੋਂ ਬਾਦਸ਼ਾਹ ਵੱਲੋਂ ਸ਼ੈਯਦ ਆਵੇਗਾ। ਮੁਸਲਮਾਨਾਂ ਦੇ ਵਿੱਚ ਸਾਧ ਸੰਗਤ ਜੀ ਇੱਕ ਸ਼ੈਯਦ ਖਾਨਦਾਨ ਜਿਹੜਾ ਸਭ ਤੋਂ ਵੱਡਾ ਮੰਨਿਆ ਜਾਂਦਾ। ਕਹਿੰਦੇ ਸ਼ੈਯਦ ਜਿਹੜੇ ਨੇ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਨੇੜੇ ਦੇ ਰਿਸ਼ਤੇਦਾਰਾਂ ਵਿੱਚੋਂ ਜਿਹੜੇ ਨੇ ਉਹ ਸ਼ੈਯਦ ਆਉਂਦੇ ਆ। ਤੋ ਸ਼ੈਯਦ ਆਵੇਗਾ, ਉਹ ਕਸਮ ਪਾਏਗਾ। ਜਿਹੜੀ ਗੱਲ ਤੇ ਸ਼ੈਯਦ ਕਸਮ ਪਾ ਦੇਵੇ ਨਾ, ਉਹ ਤੇ ਸਾਰਿਆਂ ਨੂੰ ਫਿਰ ਪੂਰਾ ਹੋਣਾ ਪੈਂਦਾ। ਸ਼ੈਯਦ ਮੁਸਲਮਾਨ ਆਵੇਗਾ, ਯਾਨੀ ਸਭ ਤੋਂ ਵੱਡਾ ਜਿਹੜਾ ਖਾਨਦਾਨੀ, ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਦੇ ਬੱਚਿਆਂ ਨੂੰ ਕਹਿੰਦੇ ਬੇਦੀ ਸਾਹਿਬਜ਼ਾਦੇ, ਜਾਂ ਗੁਰੂ ਅਮਰਦਾਸ ਜੀ ਦੇ ਭੱਲੇ ਸਾਹਿਬਜ਼ਾਦੇ ਹਨ, ਜਾਂ ਗੁਰੂ ਰਾਮਦਾਸ ਜੀ ਸੋਢੀ ਪਰਿਵਾਰ, ਗੁਰੂ ਕਲਗੀਧਰ ਪਾਤਸ਼ਾਹ ਦਾ ਜਿੰਨਾ ਵੀ ਹੈ, ਉਹ ਉਹਨਾਂ ਦੇ ਵਿੱਚ ਸਭ ਤੋਂ ਵੱਡੇ ਸ਼ੈਯਦ ਮੰਨੇ ਜਾਂਦੇ। ਹਾਂਜੀ, ਸਿਰ ਪਰ ਅਹਿਦ ਕੁਰਾਨ ਉਠਾਵੈ। ਕਿ ਸ਼ੈਯਦ ਕੁਰਾਨ ਸਿਰ ਤੇ ਲੈ ਕੇ ਕਸਮ ਪਾਏਗਾ ਕਿ ਗੁਰੂ ਜੀ ਤੁਸੀਂ ਨਿਕਲੋ, ਅਸੀਂ ਤੁਹਾਡਾ ਰਾਹ ਨਹੀਂ ਰੋਕਾਂਗੇ, ਕੋਈ ਤੁਹਾਡਾ ਜਾਨੀ ਮਾਲੀ ਨੁਕਸਾਨ ਨਹੀਂ ਹੋਵੇਗਾ। ਇਤੋ ਧਰਮ ਠਾਨਤ ਹੈ ਬਾਹਰ। ਦੇਖੋ ਮਾਰੇ ਇੰਨਾ ਕਸਮ, ਇੰਨੀਆਂ ਕਸਮਾਂ ਤੁਰਕ ਪਾ ਰਹੇ ਨੇ, ਇੰਨਾ ਧਰਮ ਕਰ ਰਹੇ ਨੇ, ਹੋਰ ਤੁਸੀਂ ਹੁਣ ਕੀ ਕਰੋਗੇ? ਹੋਰ ਕਿਨ ਤੁਹਾਨੂੰ ਵਿਸ਼ਵਾਸ ਦਿਵਾਣਗੇ? ਵਿਚਾਰੇ ਉਹਦਾ ਕਿਸਮਾਂ ਪਾਣ, ਕੁਰਾਨ ਦੀਆਂ, ਗੀਤਾ ਦੀਆਂ, ਹਿੰਦੂ ਤੇ ਮੁਸਲਮਾਨ ਸਾਰੇ ਹੀ ਪਾਣ ਨੂੰ ਤਿਆਰ ਨੇ। ਕਹਾਂ ਬਿਨਾਸ਼ੈ ਕੀ ਕਰ ਜਾਰਹਰ। ਇੰਨੀਆਂ ਕਸਮਾਂ ਸ਼ਰੇਆਮ ਖਾ ਕੇ ਫਿਰ ਤੁਹਾਡਾ ਨੁਕਸਾਨ ਕਿਵੇਂ ਕਰਨਗੇ? ਉਹ ਨਹੀਂ ਕਰ ਸਕਣਗੇ। ਹਾਂਜੀ, ਅਬ ਤੋ ਬਨੈ ਬਾਤ ਮਨ ਭਾਈ। ਮਾਤਾ ਕਹਿੰਦੀ ਹੈ ਹੁਣ ਤਾਂ ਮਨ ਭਾਉਣ ਦੀ ਗੱਲ ਬਣ ਰਹੀ ਹੈ, ਹੁਣ ਤੇ ਕਸਮਾਂ ਪਾ ਕੇ ਰਸਤਾ ਦੇ ਰਹੇ ਨੇ। ਹਾਂਜੀ, ਪੁਨ ਅਵਸਰ ਅਸ ਹਾਥ ਨ ਆਈ। ਫਿਰ ਇਹ ਮੌਕਾ ਹੱਥ ਨਹੀਂ ਆਉਣਾ, ਇਹੋ ਜਿਹਾ ਸਮਾਂ ਮੁੜ ਕੇ ਨਹੀਂ ਮਿਲਣਾ ਮਹਾਰਾਜ। ਇਹ ਟਾਈਮ ਤੁਸੀਂ ਗਵਾਓ ਨਾ। ਇਹ ਸਮਾਂ ਸਾਧ ਸੰਗਤ ਜੀ ਇਹ ਹੈ, ਜਦੋਂ ਇਹੋ ਜਿਹਾ ਸਮਾਂ ਹੁੰਦਾ ਨਾ, ਬੰਦੇ ਦੀ ਮਾਨਸਿਕ ਦਸ਼ਾ ਦੇਖੋ ਕਿੱਦਾਂ ਦੀ ਹੁੰਦੀ ਹੈ। ਤੁਸੀਂ ਸੋਚੋ ਅਨੰਦਪੁਰ ਸਾਹਿਬ ਦੇ ਵਿੱਚ ਕਿੱਦਾਂ ਦੀ ਮਾਨਸਿਕਤਾ ਹੋਵੇਗੀ। ਇੱਕ ਪਾਸੇ ਕਲਗੀਧਰ ਪਾਤਸ਼ਾਹ ਮਹਾਰਾਜ ਆਉਣ ਵਾਲੇ ਸਮੇਂ ਨੂੰ ਚੰਗੀ ਤਰ੍ਹਾਂ ਦੇਖ ਰਹੇ ਹਨ, ਸਿੰਘਾਂ ਨੂੰ ਰੋਕ ਰਹੇ ਹਨ, ਸਮਝਾ ਰਹੇ ਹਨ। ਦੂਜੇ ਪਾਸੇ ਮਾਤਾ ਜੀ ਅਤੇ ਸਾਰੇ ਸਿੰਘ ਆਪਣੇ ਨਜ਼ਰੀਏ ਨਾਲ ਉਸ ਮਸਲੇ ਨੂੰ ਦੇਖ ਰਹੇ ਵੀ ਬੜਾ ਵਧੀਆ ਗੱਲ ਬਣ ਗਈ, ਰਾਹ ਤੁਰਕ ਦੇ ਰਹੇ ਨੇ। ਕੁਰਾਨ ਦੀ ਕਸਮ, ਗੀਤਾ ਦੀ ਕਸਮ ਪਾ ਕੇ ਭਲਾ ਮੁੱਕਰਨਗੇ ਕਿਵੇਂ? ਹਾਂਜੀ, ਪ੍ਰਬਲ ਸਤਰ ਪੁਨ ਚੜ ਗੜ ਬਰੈ। ਜੇ ਇਹ ਮੌਕਾ ਤੁਸੀਂ ਲੰਘਾ ਲਿਆ ਤੇ ਫਿਰ ਤੁਰਕਾਂ ਨੇ ਹੱਲਾ ਬੋਲ ਦੇਣਾ। 10 ਲੱਖ ਫੌਜ ਹੈ, ਜ਼ਬਰਦਸਤੀ ਕਿਲੇ 'ਚ ਵੜ ਜਾਣਗੇ, ਅਨੰਦਪੁਰ ਸਾਹਿਬ ਦੇ ਅੰਦਰ ਆ ਵੜਨਗੇ। ਕਹੋ ਕੌਣ ਤਬ ਵਰਜਨ ਕਰੈ। ਤੁਹਾਡੇ ਸਿੰਘ ਭੁੱਖੇ ਭਾਣੇ ਸ਼ਸਤਰ ਨਹੀਂ ਚੁੱਕ ਸਕਣਗੇ ਤੇ ਉਹਨਾਂ ਨੂੰ, ਤੁਰਕਾਂ ਨੂੰ, ਬੁਰਛਿਆਂ ਨੂੰ ਕੌਣ ਰੋਕੇਗਾ? ਬਹੁਤ ਬਿਸਤਰੀ ਬੇਬਸ ਹੋਏ। ਹਾਂ, ਫੌਜ ਜਿਹੜੀ ਹੈ ਨਾ ਅੰਨ੍ਹੇਵਾਹ 10 ਲੱਖ ਫੌਜ ਹੈ, ਉਹ ਘਰਾਂ 'ਚ ਵੜ ਜਾਏਗੀ, ਕਿਲਿਆਂ 'ਚ ਵੜ ਜਾਏਗੀ। ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਲੱਖਾਂ ਵੈਰੀ ਬੇਅਦਬੀ ਕਰਨਗੇ, ਬੇਵਸ ਹੋ ਜਾਣਗੇ। ਥੋੜੇ ਜਿਹੇ ਮੁੱਠੀ ਭਰ ਸਿੰਘ ਨੇ, ਇਹ 500-400 ਹਜ਼ਾਰ ਜਾਂ ਗਿਣਤੀ 'ਚ ਸਿੰਘ ਨੇ ਵਿਚਾਰੇ, ਇਹ 10 ਲੱਖ ਦਾ ਕੀ ਮੁਕਾਬਲਾ ਕਰਨਗੇ? ਫਿਰ ਇਹਨਾਂ ਵਿੱਚ ਤਾਂ ਜਾਨ ਕੋਈ ਨਹੀਂ ਰਹਿਣੀ। ਇਹ ਤਾਂ ਭੁੱਖੇ ਉਦਾਂ ਹੀ ਮਰੇ ਪਏ, ਭੁੱਖ ਨਾਲ ਹੀ ਕਿਵੇਂ ਲੜਨਗੇ? ਹਾਂਜੀ, ਇੱਕ ਛਿਨ ਮਹਿ ਮਰ ਹੈ ਸਭ ਕੋਈ। ਇੱਕ ਛਿਨ ਵਿੱਚ ਸਾਰੇ ਮਾਰੇ ਜਾਣਗੇ। ਜਿੱਥੇ ਜਿੱਥੇ ਕੋਈ ਬੈਠਾ ਹੋਏਗਾ ਉੱਥੇ ਤੁਰਕਾਂ ਨੇ ਆ ਕੇ ਵੱਢ ਦੇਣਾ, ਬੱਚੇ ਵੀ ਵੱਢ ਦੇਣੇ, ਬੀਬੀਆਂ ਵੀ ਵੱਢ ਦੇਣੀਆਂ। ਹਾਂਜੀ, ਜੇ ਤ੍ਰੀਮਤ ਨਿਜ ਹਤੈ ਕਟਾਰ। ਆ ਜਿਹੜੀਆਂ ਬੀਬੀਆਂ ਅਨੰਦਪੁਰ ਸਾਹਿਬ 'ਚ ਬੈਠੀਆਂ ਨੇ, ਮਾਤਾ ਗੁਜਰੀ ਜੀ ਕਹਿੰਦੀ ਇਹਨਾਂ ਦੀ ਬੇਅਦਬੀ ਹੋਵੇਗੀ। ਇਹ ਕਟਾਰੀਆਂ ਮਾਰ ਮਾਰ ਕੇ ਆਪਣੇ ਪੇਟ ਪਾੜ ਕੇ ਮਰਨਗੀਆਂ, ਕਿਉਂਕਿ ਤੁਰਕਾਂ ਦੇ ਹੱਥ ਜਾਣ ਤੋਂ ਆਪਣੀ ਇੱਜ਼ਤ ਬਚਾਣੀ ਹੈ ਤੇ ਫਿਰ ਜਾਨ ਦੇਣਗੀਆਂ। ਇਹ ਬੱਚੇ ਵਿਚਾਰੇ ਨਿੱਕੇ ਨਿੱਕੇ ਰੁਲ ਜਾਣਗੇ, ਇਹਨਾਂ ਨੂੰ ਮਾਰ ਦੇਣਗੇ ਤੁਰਕ। ਮਰ ਮਰ ਜਾਏ ਉਧਰ ਕੋ ਡਾਰ। ਆਪਣਾ ਢਿੱਡ ਪਾੜ ਕੇ ਬੀਬੀਆਂ ਮਰਨਗੀਆਂ। ਸਾਧ ਸੰਗਤ ਜੀ, ਜਦੋਂ ਪਾਕਿਸਤਾਨ ਬਣਿਆ ਨਾ, ਮੁਸਲਮਾਨਾਂ ਤੋਂ ਇੱਜ਼ਤ ਬਚਾਉਣ ਲਈ ਸਾਡੀਆਂ ਭੈਣਾਂ ਮਾਤਾਵਾਂ ਉਹ ਆਪਣੇ ਕਟਾਰੀਆਂ ਮਾਰ ਮਾਰ ਕੇ ਮਰੀਆਂ, ਖੂਹਾਂ 'ਚ ਛਾਲਾਂ ਮਾਰ ਮਾਰ ਕੇ ਮਰੀਆਂ, ਪਰ ਕਿਸੇ ਨੇ ਵੀ ਤੁਰਕਾਂ ਦੇ ਵੱਸ ਨਹੀਂ ਪੈਣਾ ਕੀਤਾ। ਤੁਰਕ ਹੈਰਾਨ ਹੁੰਦੇ ਸਨ ਵੀ ਕੈਸੀ ਸਿੱਦਕੀ ਕੌਮ ਹੈ ਇਹ, ਇਹਨਾਂ ਦੀਆਂ ਬੀਬੀਆਂ ਕਿੰਨੀਆਂ ਸਿੱਦਕੀ ਹਨ। ਵੀ ਉਹ ਇੱਕ ਖੂਹ ਦੇ ਵਿੱਚ, ਉਹ ਫੋਟੋ ਵੀ ਦਾਸ ਨੇ ਕੈਮਰੇ ਦੀ ਖਿੱਚੀ ਦੇਖੀ ਉਸ ਵੇਲੇ ਦੀ,
ਇੱਕ ਖੂਹ ਦੇ ਵਿੱਚ 126 ਬੀਬੀਆਂ ਦੀਆਂ ਲਾਸ਼ਾਂ ਇਕੱਠੀਆਂ ਨਿਕਲੀਆਂ ਸਨ ਤੇ ਉਹਨਾਂ ਬੀਬੀਆਂ ਨੇ ਛਾਲਾਂ ਮਾਰੀਆਂ ਸਨ। ਪਾਕਿਸਤਾਨ ਏਦਾਂ ਪਤਾ ਨਹੀਂ ਕਿੰਨੇ ਕੁ ਖੂਹ ਸੀ ਤੇ ਕਿੰਨੀਆਂ 2.5 ਲੱਖ ਬੰਦਾ 1947 ਚ ਸਿੱਖ ਮਰਿਆ ਸੀਗਾ ਪਾਕਿਸਤਾਨ ਵੇਲੇ। 2.5 ਲੱਖ ਜਾਨਾਂ ਸਿੱਖਾਂ ਦੀਆਂ ਗਈਆਂ ਸਨ। ਸੋ ਗੁਰੂ ਸਾਹਿਬ ਦੀ ਇਹ ਪੰਥ ਦੀ ਵਡਿਆਈ ਰਹੀ ਹੈ ਕਿ ਕਿਸੇ ਬੀਬੀ ਨੇ ਕਿਸੇ ਤੁਰਕ ਨੂੰ ਆਪਣੇ ਨੇੜੇ ਨਹੀਂ ਲੱਗਣ ਦਿੱਤਾ। ਮਾਤਾ ਜੀ ਕਹਿੰਦੇ ਆ ਵੀ ਜੇ ਇੱਥੇ ਤੁਰਕ ਆਉਣਗੇ ਤੇ ਸਿੰਘਣੀਆਂ ਜਿਹੜੀਆਂ ਹਨ ਉਹ ਆਪਣੇ ਪੇਟ ਪਾੜ ਕੇ ਵਿਚਾਰੀਆਂ ਮਰਨਗੀਆਂ ਜਾਂ ਖੂਹਾਂ 'ਚ ਛਾਲਾਂ ਮਾਰਨਗੀਆਂ। ਤੁਰਕਾਂ ਨੂੰ ਆਪਣੀ ਇੱਜ਼ਤ ਬਚਾਉਣ ਲਈ ਆਪਣੇ ਬੱਚੇ ਆਪਣੀ ਛਾਤੀਆਂ ਨਾਲ ਬੰਨ੍ਹ ਕੇ ਖੂਹਾਂ 'ਚ ਮਰਨਗੀਆਂ। ਉਸ ਵੇਲੇ ਕੀ ਹੋਵੇਗਾ ਤੁਸੀਂ ਇਹ ਤਾਂ ਸੋਚੋ ਗੁਰੂ ਜੀ। ਹਾਂਜੀ, ਐਸੋ ਗਜਬ ਕਰਿਓ ਕਿਮ ਚਾਹੋ। ਤੁਸੀਂ ਇਹੋ ਜਿਹਾ ਗਜਬ ਕਿਉਂ ਕਰਨਾ ਚਾਹੁੰਦੇ ਹੋ? ਤੁਸੀਂ ਕਿਉਂ ਇਹੋ ਜਿਹੀ ਬਰਬਾਦੀ ਕਰਾਉਣੀ ਚਾਹੁੰਦੇ ਹੋ ਵੀ ਤੁਰਕ ਆਨੰਦਪੁਰ ਦੇ ਵਿੱਚ ਵੜਨ, ਆਨੰਦਪੁਰ ਸਾਹਿਬ ਦੇ ਘਰਾਂ ਨੂੰ ਉਜਾੜਨ, ਅੱਗਾਂ ਲਾਉਣ, ਧੀਆਂ ਭੈਣਾਂ ਦੀ ਬੇਇੱਜ਼ਤੀ ਕਰਨ, ਸਿੰਘਾਂ ਨੂੰ ਵੱਢਣ ਟੁੱਕਣ? ਉਸ ਤੋਂ ਪਹਿਲਾਂ ਮਹਾਰਾਜ ਇਹ ਵਸਦਾ ਰਸਦਾ ਪਰਿਵਾਰ ਲੈ ਕੇ ਆਪਾਂ ਨਿਕਲ ਚੱਲੀਏ। ਨਰ ਤਰਿਆ ਮਰੇ ਆਪ ਕਿਆ ਲਹੋ। ਜੇ ਇੰਨੇ ਬੱਚੇ, ਇੰਨੀਆਂ ਬੀਬੀਆਂ, ਇੰਨੇ ਬੰਦੇ ਮਰ ਗਏ, ਤੁਹਾਨੂੰ ਕੀ ਮਿਲੇਗਾ? ਗੁਰੂ ਸਾਹਿਬ ਨੂੰ ਮਾਤਾ ਕਹਿੰਦੀ ਹੈ। ਹਾਂਜੀ, ਸੁਨ ਮਾਤਾ ਕੋ ਪੁਨ ਸਮਝਾਇਓ। ਇਹ ਸੁਣ ਕੇ ਕਲਗੀਧਰ ਜੀ ਮਾਤਾ ਨੂੰ ਕਹਿਣ ਲੱਗੇ, ਭੇਦ ਨਾ ਦੁਸ਼ਟਨ ਕੋ ਤੁਮ ਪਾਇਓ। ਮਾਤਾ ਜੀ ਤੁਸੀਂ ਤੁਰਕਾਂ ਦੀਆਂ ਸੋਹਾਂ ਤੇ ਤਵਾਰ ਕਰ ਰਹੇ ਹੋ, ਤੁਹਾਨੂੰ ਉਹਨਾਂ ਦੀ ਅੰਦਰ ਦੀ ਗੱਲ ਦਾ ਪਤਾ ਨਹੀਂ ਹੈ। ਪ੍ਰਥਮ ਦਿਖਾਏ ਨਾ ਭਈ ਪ੍ਰਤੀਤ। ਅਸੀਂ ਤੁਹਾਨੂੰ ਦਿਖਾ ਵੀ ਦਿੱਤਾ ਹੈ। ਮਹਾਰਾਜ ਨੇ ਟੁੱਟਾ ਭੱਜਾ ਸਮਾਨ ਗੱਡਿਆਂ ਤੇ ਲੱਦ ਕੇ ਭੇਜਿਆ ਸੀ ਨਾ, ਤੇ ਤੁਰਕਾਂ ਨੇ ਉਹ ਵੀ ਖਜ਼ਾਨਾ ਸਮਝ ਕੇ ਲੁੱਟ ਲਿਆ। ਮਹਾਰਾਜ ਕਹਿੰਦੇ ਕਸਮਾਂ ਦੇਖੋ ਇਹਨਾਂ ਦੀਆਂ ਦਿਖਾ ਦਿੱਤੀਆਂ ਤੁਹਾਨੂੰ। ਹਾਂਜੀ, ਤਿਨ ਪਰ ਧਰੋ ਭਰੋਸਾ ਚੀਤ। ਤੁਸੀਂ ਫੇਰ ਵੀ ਉਹਨਾਂ ਤੇ ਭਰੋਸਾ ਕਰਦੇ ਹੋ। ਹਾਂਜੀ, ਜਿਸ ਕੁਟੰਬ ਕੋ ਚਾਹੇ ਬਚਾਇਓ। ਮਾਤਾ ਆ ਜਿਹੜਾ ਪਰਿਵਾਰ ਤੂੰ ਬਚਾਉਣਾ ਚਾਹੁੰਦੀ ਹੈ, ਕਿਮ ਸਤਰ ਸ਼ੂਰੈ ਮਿਲ ਜਾਇਓ। ਜਦੋਂ ਵੈਰੀਆਂ ਦੇ ਪੰਜੇ 'ਚ ਫਸ ਗਿਆ ਇਹ ਛੱਡਣਗੇ ਨਹੀਂ, ਇਹ ਨਹੀਂ ਲਿਹਾਜ਼ ਕਰਨਗੇ, ਨਿੱਕੇ ਵੱਡੇ ਕਿਸੇ ਨੂੰ ਨਹੀਂ ਬਖਸ਼ਣਗੇ ਤੁਰਕ। ਬੁਰੀ ਹੋਣ ਸੋ ਭਲੀ ਪਰੇਖੀ। ਮਾਤਾ ਜਿਹੜੀ ਗੱਲ 'ਚ ਬੁਰਾ ਹੈ ਤੂੰ ਉਹਨੂੰ ਭਲਾ ਸਮਝਦੀ ਹੈ। ਇਹਨਾਂ ਦੀਆਂ ਕਸਮਾਂ ਤੇ ਸੋਨੇ ਦੇ ਘੜੇ 'ਚ ਜ਼ਹਿਰ ਪਾਇਆ ਹੋਇਆ ਹੈ। ਜਿਮ ਹੋਏ ਭਲੀ ਬੁਰਾ ਸੋ ਦੇਖੀ। ਔਰ ਜਿਵੇਂ ਅਸੀਂ ਭਲਾ ਹੋ ਕਹਿਣ ਕਰਨਾ ਚਾਹੁੰਦੇ ਤੁਸੀਂ ਬੁਰਾ ਸਮਝਦੇ ਹੋ। ਅਸੀਂ ਕਹਿੰਦੇ ਇੱਥੇ ਰਹੋ ਆਨੰਦਪੁਰ ਦੇ ਵਿੱਚ, ਇਹਨਾਂ ਦੇ ਘੇਰੇ ਉਠਾ ਦੇਾਂਗੇ, ਉਹਦੇ 'ਚ ਤੁਸੀਂ ਬੁਰਾ ਸਮਝਦੇ ਹੋ। ਤੇ ਜਿਹੜਾ ਬਾਹਰ ਜਾ ਕੇ ਨੁਕਸਾਨ ਹੋਣਾ ਉਹ ਤੁਸੀਂ ਦੇਖਦੇ ਹੀ ਨਹੀਂ, ਤੁਸੀਂ ਭਲਾ ਸਮਝੀ ਬੈਠੇ ਹੋ ਛੱਡਣ 'ਚ ਕਿਲੇ ਨੂੰ। ਹਾਂਜੀ, ਤੁਮ ਜਾਣ ਹੋ ਜਿਨ ਜਿਨ ਜਨ ਜਾਨਾ। ਚੰਗਾ ਫਿਰ ਜਾਓ ਤੁਸੀਂ। ਆਖੋ ਸ੍ਰੀ ਵਾਹਿਗੁਰੂ। ਮਾਤਾ ਨੂੰ ਮਹਾਰਾਜ ਕਹਿੰਦੇ ਜਿਹਨੇ ਜਿਹਨੇ ਜਾਣਾ ਨਾ ਮਾਤਾ ਜੀ ਚਲੇ ਜਾਓ, ਮੈਂ ਨਹੀਂ ਜਾਣਾ। ਹਾਂਜੀ, ਲਿਖੋ ਬਦਾਵਾ ਕਰੋ ਭਿਆਨਾ। ਪਰ ਜਾਣ ਤੋਂ ਪਹਿਲਾਂ ਇੱਥੇ ਲਿਖ ਕੇ ਜਾਓ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਵਿਦਾਵਾ ਲਿਖ ਕੇ ਜਾਓ। ਹਾਂਜੀ, ਸਭ ਜਾਣ ਹੈ ਗੁਰ ਰਹੇ ਹਟਾਏ। ਕੱਲ ਨੂੰ ਤੁਸੀਂ ਜਾਂ ਸਮਾਜ ਜਾਂ ਸੰਸਾਰ ਦੁਨੀਆ ਗੁਰੂ ਨਾਨਕ ਦੀ ਗੱਦੀ ਤੇ ਦੋਸ਼ ਤਾਂ ਨਾ ਦੇਵੇਗੀ ਕਿ ਗੁਰੂ ਨੇ ਪਤਾ ਹੀ ਨਹੀਂ ਲੱਗਾ, ਗੁਰੂ ਆਪਣਾ ਪਰਿਵਾਰ ਵੀ ਮਰਵਾ ਬੈਠਾ, ਆਪਣੇ ਸਿੱਖ ਮਰਵਾ ਬੈਠਾ। ਜੇ ਮੈਂ ਵਿਦਾਵਾ ਲਿਖਵਾਵਾਂਗਾ ਸਭੇ ਜਾਣਨਗੇ ਵੀ ਗੁਰੂ ਨੇ ਤੇ ਰੋਕਿਆ ਸੀਗਾ, ਗੁਰੂ ਨੇ ਰੋਕਿਆ ਸੀ ਨਾ ਜਾਓ, ਪਰ ਸਿੱਖ ਨਹੀਂ ਮੰਨੇ। ਸਿੱਖਾਂ ਨੇ ਆਪਣੀ ਹੂੜ ਮਤ ਕਰਕੇ ਨੁਕਸਾਨ ਕਰਾਇਆ। ਗੁਰੂ ਤੇ ਦੋਸ਼ ਨਹੀਂ ਆਏਗਾ, ਗੁਰੂ ਦੀ ਜ਼ਿੰਮੇਵਾਰੀ ਹੈ ਨਾ ਵੱਡੀ ਗੁਰਤਾ ਗੱਦੀ ਦੀ। ਗੁਰੂ ਨਾਨਕ ਸਾਹਿਬ ਦੀ ਗੱਦੀ ਕੋਈ ਛੋਟੀ ਮੋਟੀ ਗੱਦੀ ਨਹੀਂ। ਤੇ ਇਸ ਕਰਕੇ ਉਹਨਾਂ ਦੀ ਗੱਦੀ ਨੂੰ ਕੋਈ ਲੱਛਣ ਲੱਗੇ ਵੀ ਜਾਣੀ ਜਾਣ ਘੁਆਉਂਦੇ ਨੇ, ਆਪਣੇ ਸਿੱਖਾਂ ਦੀ ਜਾਨ ਵੀ ਨਹੀਂ ਬਚਾ ਸਕੇ, ਨੁਕਸਾਨ ਕਰਾ ਬੈਠੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਲਿਖ ਕੇ ਜਾਓ। ਹਾਂਜੀ, ਨਹਿ ਬਚ ਮਾਨੇ ਮਰੇ ਸੋ ਜਾਏ। ਹਾਂ, ਕੱਲ ਨੂੰ ਫਿਰ ਗੱਲ ਕਲੀਅਰ ਹੋ ਜਾਏਗੀ ਨਾ ਵੀ ਗੁਰੂ ਨੇ ਤੇ ਰੋਕਿਆ ਸੀ, ਹਟਾਇਆ ਸੀ, ਹਟੇ ਨਹੀਂ, ਬਚਨ ਨਹੀਂ ਮੰਨੇ ਗੁਰੂ ਦੇ ਤਾਂ ਮਾਰੇ ਗਏ। ਹਾਂਜੀ, ਅਸ ਹਟ ਕੇ ਬਚ ਸੁਨ ਕਰ ਸਾਰੇ। ਜਦੋਂ ਕਲਗੀਧਰ ਜੀ ਨੇ 2 ਟੁਕ ਫੈਸਲਾ ਸੁਣਾਤਾ, ਜਾਓ ਜੀ ਸਦਕੇ ਸਾਰੇ ਜਾਓ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਲਿਖ ਕੇ ਜਾਓ। ਜਦੋਂ ਮਹਾਰਾਜ ਹੱਠ ਵਾਲੇ ਬਚਨ, ਕਰੜੇ ਬਚਨ ਕਹਿ ਦਿੱਤੇ, ਬਹਿ ਬਲ ਚਿੰਤਤ ਖਰੇ ਦਿਖਾਰੇ। ਉੱਥੇ ਜਿੰਨੇ ਵੀ ਸਿੰਘ ਖੜੇ ਸੀ ਅੱਖਾਂ 'ਚ ਹੰਝੂ ਆ ਗਏ, ਬੇਬਲ ਹੋ ਗਏ, ਬੜੀ ਅਸਮੰਜਸ ਅਣਬਣ ਬਣ ਗਈ, ਧਰਮ ਸੰਕਟ ਬਣ ਗਿਆ। ਕੀ ਕਰੀਏ? ਇੱਕ ਪਾਸੇ ਜਾਨ ਹੈ, ਇੱਕ ਪਾਸੇ ਸਿੱਖੀ ਹੈ। ਸਿੱਖੀ ਛੱਡੀਏ ਕਿ ਜਾਨ ਛੱਡੀਏ? ਦੋਵੇਂ ਪਾਸੇ ਔਖਾ ਹੋ ਗਿਆ ਕੰਮ। ਜਾਨ ਵੀ ਬੜੀ ਪਿਆਰੀ ਹੈ,
ਸਾਧ ਸੰਗਤ ਜੀ ਗੱਲਾਂ ਤੇ ਕਰਨੀਆਂ ਸੌਖੀਆਂ, ਪਰ ਜੇ ਅਸੀਂ ਹੁੰਦੇ ਨਾ, ਅਸੀਂ ਤੇ 7 ਮਹੀਨੇ ਵੀ ਨਹੀਂ ਸੀ ਕੱਢਣੇ। 7 ਦਿਨਾਂ ਬਾਅਦ ਹੀ ਕਹਿਣਾ ਸੀ। ਪਹਿਲਾਂ ਜੇ ਪਤਾ ਲੱਗ ਜਾਂਦਾ ਵੀ ਅਨੰਦਪੁਰ ਨੂੰ ਘੇਰਾ ਪੈਣ ਵਾਲਾ, ਤੇ ਮਹਾਤੜਾਂ ਨੇ ਆਖਣਾ ਚੰਗਾ ਮਹਾਰਾਜ ਖੁਸ਼ੇ ਦਿਓ ਹੁਣ ਚਾਲਾ ਪਾਈਏ। ਉਹ ਧੰਨ ਸੀਗੇ ਜਿਹੜੇ 7 ਮਹੀਨੇ ਉੱਥੇ ਰਹਿ ਕੇ ਲੜਦੇ ਰਹੇ। ਆਪਾਂ ਉਹਨਾਂ ਦੀ ਨਿੰਦਾ ਨਹੀਂ ਕਰ ਸਕਦੇ। ਕਈ ਲੋਕ ਗੱਲਾਂ ਢਿੱਲੀਆਂ ਮੱਠੀਆਂ ਕਰ ਦਿੰਦੇ ਨੇ, ਉਹ ਨਹੀਂ ਖਾਲਸਾ ਜੀ। ਉਹ ਸਮਾਂ ਬੜਾ ਕਠਿਨ ਸੀਗਾ। ਜਦੋਂ ਕਿਸੇ ਦੇ ਸਿਰ ਪੈਂਦੀ ਉਦੋਂ ਹੀ ਪਤਾ ਲੱਗਦਾ ਹੈ। ਬਾਹਰ ਗੱਲਾਂ ਕਰਨੀਆਂ ਬੜੀਆਂ ਸੌਖੀਆਂ, ਨਾਅਰੇ ਮਾਰਨੇ, ਜਕਾਰੇ ਗਜਾਣੇ, ਪਰ ਜਿੱਥੇ ਖੰਡਾ ਖੜਕਦਾ ਉੱਥੇ ਮੈਦਾਨ ਵਿੱਚ ਜੂਝਣਾ ਬੜਾ ਔਖਾ ਹੁੰਦਾ ਹੈ, ਬਹੁਤ ਔਖਾ ਹੁੰਦਾ ਹੈ। ਸੋ ਪਿਆਰਿਓ, ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਸਾਹਮਣੇ ਖੜੇ ਹੋ ਸਿੰਘ ਬੇਬਲ ਹੋ ਗਏ, ਅੱਖਾਂ 'ਚ ਹੰਝੂ ਭਰ ਆਏ। ਹਾਂਜੀ, ਪੁੱਤਰ ਜੁਗਮ ਥੋਰੀ ਵਾਰੇ। ਉਸ ਵੇਲੇ ਮਾਤਾ ਗੁਜਰੀ ਜੀ ਦਾ ਵੀ ਗਲ ਭਰ ਆਇਆ। ਕੋਈ ਪੇਸ਼ ਨਹੀਂ, ਕੋਈ ਚਾਰਾ ਨਹੀਂ, ਬੇਵਸੀ ਹੈ। ਪੁੱਤਰ ਵੀ ਪਿਆਰਾ ਬਹੁਤ ਲੱਗਦਾ ਤੇ ਪੋਤਰੇ ਵੀ ਪਿਆਰੇ ਹਨ, ਤੇ ਪੋਤਰਿਆਂ ਨੇ ਕਈ ਮਹੀਨੇ ਹੋ ਗਏ ਰੋਟੀ ਨਹੀਂ ਵੇਖੀ। ਮਾਤਾ ਨੂੰ ਹੋਰ ਤੇ ਕੁਝ ਨਾ ਸੁਝਿਆ। ਜਿਹੜੇ ਛੋਟੇ ਪੋਤਰੇ ਸੀ ਨਾ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਉਹਨਾਂ ਨੂੰ ਉਂਗਲ ਲਾ ਲਿਆ। ਸ੍ਰੀ ਗੁਜਰੀ ਚਿੱਤ ਕੋ ਅਤ ਪਿਆਰੇ। ਮਾਤਾ ਨੂੰ ਬਹੁਤ ਪਿਆਰੇ ਸੀ। ਕਿਉਂ? ਇਹ ਮਾਤਾ ਨੇ ਆਪ ਪਾਲੇ ਸੀਗੇ। ਮਾਤਾ ਜੀਤੋ ਜੀ ਜਿਹੜੇ ਸਨ, ਇਹ 3 ਸਾਹਿਬਜ਼ਾਦੇ ਮਾਤਾ ਜੀਤੋ ਜੀ ਤੋਂ ਹੋਏ ਆ, ਜੁਝਾਰ ਸਿੰਘ, ਜੋਰਾਵਰ ਸਿੰਘ ਤੇ ਫਤਿਹ ਸਿੰਘ। ਤੇ ਇੱਕ ਸੁੰਦਰੀ ਤੋਂ ਹੋਏ ਬਾਬਾ ਅਜੀਤ ਸਿੰਘ ਵੱਡੇ। ਜਿਹੜੇ 3 ਸਾਹਿਬਜ਼ਾਦੇ ਸੀ ਇਹ ਮਾਤਾ ਜੀਤੋ ਜੀ ਦੇ ਸੀ। ਤੇ ਮਾਤਾ ਜੀਤੋ ਜੀ ਜਿਹੜੇ ਸੀ ਉਹ 2 ਸਾਲ ਪਹਿਲਾਂ ਚੜ੍ਹਾਈ ਕਰ ਗਏ ਸੀਗੇ। ਤੇ ਫਤਿਹ ਸਿੰਘ ਦਾ ਉਦੋਂ 2.5-3 ਸਾਲ ਦਾ ਸੀ ਜਦੋਂ ਮਾਤਾ ਜੀ ਚੜ੍ਹਾਈ ਕਰ ਗਏ। ਤੇ ਇਸ ਕਰਕੇ ਮਾਤਾ ਗੁਜਰੀ ਨੇ ਪਾਲਿਆ ਸੀ ਬਾਬਾ ਫਤਿਹ ਸਿੰਘ ਜੀ ਹੋਰਾਂ ਨੂੰ ਤੇ ਬਾਬਾ ਜੋਰਾਵਰ ਸਿੰਘ ਜੀ ਨੂੰ, ਜੁਝਾਰ ਸਿੰਘ ਹੋਰਾਂ ਨੂੰ। ਉਹਨਾਂ ਨੂੰ ਗੋਦੀ 'ਚ ਮਾਤਾ ਗੁਜਰੀ ਜੀ ਬਹੁਤ ਪਿਆਰ ਕਰਦੇ ਸੀ, ਬਹੁਤ ਜ਼ਿਆਦਾ। ਉਹਨਾਂ ਨੂੰ ਹਰ ਵੇਲੇ ਉਹਨਾਂ ਦਾ ਹੀ ਖਿਆਲ ਰਹਿੰਦਾ ਸੀ। ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਨਾਲ ਲੈ ਲਿਆ। ਨਿਸ਼ਚੈ ਕਰਤ ਸੰਗ ਇਨ ਲੈ ਕੇ। ਮਨ 'ਚ ਸੋਚਦੀ ਹੈ, ਜੇ ਨਹੀਂ ਮੰਨਦਾ ਗੋਬਿੰਦ ਸਿੰਘ ਤੇ ਮੈਂ ਲੈ ਜਾਣੀ ਆ। ਕਰੂੰ ਬਚਾਵਨ ਪੁਰ ਨਿਸਕੈ ਕੈ। ਅੱਜ ਤੇ ਮੈਂ ਚਲੀ ਜਾਣਾ, ਆਪਣੇ ਨਿੱਕਿਆਂ ਨੂੰ ਲੈ ਜਾਣਾ ਨਾਲ। ਉਹ 2 ਵੱਡੇ ਜਿਹੜੇ ਨੇ ਉਹ ਤੇ ਪਿਓ ਵਾਲੇ ਰੱਖਦੇ ਨੇ, ਉਹਨਾਂ ਦੇ ਖੰਡੇ ਖੜਕਾਣੇ ਦੋਵਾਂ ਨੇ, ਤੇ ਨਿੱਕੇ ਜਿਹੜੇ ਨੇ ਉਹਨਾਂ ਨੂੰ ਮੈਂ ਲੈ ਕੇ ਚਲੀ ਜਾਵਾਂ। ਹਾਂਜੀ, ਪਿਓ ਕਸ਼ਟ ਚਿਤ ਕਹਿਓ ਨਾ ਜਾਏ। ਮਨ ਵਿੱਚ ਭਾਰੀ ਕਸ਼ਟ ਮਾਤਾ ਦੇ ਕਿਹਾ ਵੀ ਨਹੀਂ ਜਾ ਸਕਦਾ। ਕਿਉਂ? ਮਾਤਾ ਵੀ ਕੋਈ ਸੁਖੀ ਥੋੜਾ, ਕੋਈ ਖੁਸ਼ੀ ਨਾਲ ਥੋੜਾ ਜਾ ਰਹੀ ਹੈ। ਇਹ ਤਾਂ ਸਾਧ ਸੰਗਤ ਜੀ ਜਿਨ੍ਹਾਂ ਤੇ ਬੀਤਦੀ ਹੈ ਉਹੀ ਜਾਣਦੇ ਆ। ਹਾਂਜੀ, ਬੈਠੀ ਬਹੁਰ ਜਾਏ ਨਿਜ ਥਾਏ। ਮਾਤਾ ਸੋਚਦੀ ਆਪਣੇ ਪੀੜੇ ਤੇ ਜਾ ਕੇ ਬੈਠ ਗਈ, ਆਪਣੇ ਮਹਿਲਾਂ 'ਚ ਜਾ ਕੇ ਬੈਠ ਗਈ। ਮਿਲ ਕਰ ਸਿੰਘ ਜਾਏ ਡਿਗ ਬੈਸੇ। ਜਿਹੜੇ ਮਾਤਾ ਜੀ ਜਾ ਬੈਠੇ ਘਰ ਤੇ, ਬਾਕੀ ਸਿੰਘ ਵੀ ਉਧਰ ਹੀ ਚਲੇ ਗਏ ਮਾਤਾ ਦੇ ਪਿੱਛੇ। ਕੋਲ ਜਾ ਕੇ ਮਾਤਾ ਦੇ ਬੈਠ ਗਏ। ਇੱਕ ਇਮ ਸੰਕਟ ਸਭ ਕੋ ਤੈਸੇ। ਸਾਰਿਆਂ ਦੇ ਉੱਤੇ ਸੰਕਟ ਬਰਾਬਰ ਹੈ। ਸਾਰਿਆਂ ਵਾਸਤੇ, ਕੱਲੀ ਮਾਤਾ ਲਈ ਸਮੱਸਿਆ ਨਹੀਂ, ਸਿੰਘਾਂ ਵਾਸਤੇ ਵੱਡੀ ਸਮੱਸਿਆ। ਜਿਨ੍ਹਾਂ ਨੇ ਅੰਮ੍ਰਿਤ ਛਕਣ ਵੇਲੇ ਗੁਰੂ ਨਾਲ ਵਾਅਦਾ ਕੀਤਾ ਸੀ ਕਿ ਮਹਾਰਾਜ ਸੀਸ ਤੁਹਾਡਾ ਹੈ, ਅੱਜ ਉਹ ਗੁਰੂ ਤੋਂ ਬੇਮੁਖ ਹੋਣਾ ਬੜਾ ਔਖਾ ਹੋ ਗਿਆ ਉਹਨਾਂ ਵਾਸਤੇ ਵੀ। ਹਾਂਜੀ, ਮਾਤ ਬਿਲੋਚਨ ਤੇ ਜਲ ਜਾਵਤ। ਬੈਠੀ ਬੈਠੀ ਮਾਤਾ ਰੋਈ ਜਾਂਦੀ, ਅੱਖਾਂ 'ਚ ਹੰਝੂ ਵਗੀ ਜਾਂਦੇ ਨੇ, ਤੇ ਆਪਣੀ ਚੁੰਨੀ ਨਾਲ ਮਾਤਾ ਆਪਣੇ ਹੰਝੂ ਪੂੰਝਦੀ ਹੈ। ਬਾਰ ਬਾਰ ਪਹੁੰਚਤ ਦੁੱਖ ਪਾਵਤ। ਬਾਰ ਬਾਰ ਆਪਣੇ ਬਸਤਰ ਨਾਲ ਅੱਖਾਂ ਪੂੰਝਦੀ ਹੈ ਤੇ ਨਿਸਾਸੇ ਮਾਰਦੀ ਹੈ। ਹਾਂਜੀ, ਮਹਿਲ ਗੁਰੂ ਕੇ ਦੋਨੋਂ ਰੋਦਤ। ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵੀ ਜੀ ਦੋਵੇਂ ਗੁਰੂ ਸਾਹਿਬਾਂ ਦੇ ਮਹਿਲ ਉਹ ਵੀ ਰੋ ਰਹੇ ਹਨ। ਬੈਠੀ ਸਾਸ ਸਮੀਪ ਅਮੋਦਤ। ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵੀ ਜੀ ਆਪਣੀ ਸੱਸ ਦੇ ਕੋਲ ਬੈਠੀਆਂ ਬੈਰਾਗ ਕਰ ਰਹੀਆਂ ਹਨ। ਤਿਮ ਹੀ ਵਿਆਕਲ ਸਿੰਘ ਬਸਾਲੇ। ਸਿੰਘ ਵੀ ਵਿਆਕਲ ਹਨ। ਸਾਰਾ ਖਾਲਸਾ ਅੱਖਾਂ 'ਚ ਹੰਝੂ ਤੇ ਗਲਾਂ 'ਚ ਗਲੇਡੂ ਭਰੇ ਹੋਏ ਨੇ। ਕੀ ਕਹਿਣ? ਭਾਣਾ ਹੀ ਪਰਮੇਸ਼ਰ ਦਾ ਐਸਾ ਹੈ, ਕਾਦਰ ਤੇਰੀ ਕੁਦਰਤ ਦਾ ਕੋਈ ਅੰਤ ਨਹੀਂ ਹੈ। ਜ਼ਿੰਦਗੀ 'ਚ ਕਈ ਵਾਰੀ ਇਹੋ ਜਿਹੇ ਇਮਤਿਹਾਨ ਆ ਜਾਂਦੇ ਨੇ ਜਦੋਂ ਬੰਦਾ ਨਾ ਇੱਧਰ ਜਾ ਸਕਦਾ ਨਾ ਇੱਧਰ ਜਾ ਸਕਦਾ। ਹਾਂਜੀ, ਵਿਖੈ ਮਾਤ ਲੋਚਨ ਜਲ ਡਾਲੇ। ਜਦੋਂ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵੀ ਜੀ ਰੋਂਦੀਆਂ ਨੇ, ਮਾਤਾ ਗੁਜਰੀ ਚੁੱਪ ਕਰਾਉਂਦੀ ਹੈ, ਪਰ ਆਪ ਰੋਣ ਲੱਗ ਜਾਂਦੀ ਹੈ। ਤੇ ਸਾਧ ਸੰਗਤ ਜੀ ਉਹਨਾਂ 3 ਮਾਈਆਂ ਵੱਲ ਵੇਖ ਕੇ ਸਿੰਘ ਰੋਣ ਲੱਗ ਜਾਂਦੇ ਨੇ। ਬੈਰਾਗ ਦੀ ਦਸ਼ਾ ਸਾਰੇ ਖਾਲਸੇ ਤੇ ਆਨੰਦਪੁਰ ਸਾਹਿਬ ਦੇ ਬੱਚੇ ਬੱਚੇ ਤੇ ਛਾਈ ਹੋਈ ਹੈ। ਕੁਛ ਕਰ ਸਕੈ ਨਾ ਬਹੁ ਬਿਕਲਾਏ। ਸਾਰੇ ਪਾਸੇ ਵਿਆਕੁਲਤਾ,
ਕਰੁਣਾ ਰਸ ਛਾਇਆ ਹੋਇਆ, ਕੁਝ ਨਹੀਂ ਕਰ ਸਕਦੇ, ਕੋਈ ਹੀਲਾ ਨਹੀਂ, ਕੋਈ ਰਾਹ ਨਹੀਂ। ਇਹ ਮਾਲਕ, ਇਹ ਕੀ ਤੂੰ ਭਾਣਾ ਸਾਡੇ ਨਾਲ ਵਰਤਾ ਦਿੱਤਾ ਹੈ। ਹਾਂਜੀ, ਨਿਕਾਰਨ ਠੀਕ ਮਤੋ ਠਹਿਰਾਏ। ਪਰ ਸਾਰਿਆਂ ਨੂੰ ਇਹੀ ਸਾਰਿਆਂ ਨੂੰ, ਇੱਕ ਗੁਰੂ ਕਲਗੀਧਰ ਜੀ ਨੂੰ ਛੱਡ ਕੇ ਟੋਟਲੀ ਸਾਰੇ ਸਿੰਘਾਂ ਨੂੰ, ਸਾਰਿਆਂ ਨੂੰ ਇਹ ਆ ਵੀ ਨਿਕਲ ਚੱਲੀਏ, ਸਾਰਿਆਂ ਨੂੰ ਇਹ ਵੀ ਨਿਕਲ ਚੱਲੀਏ। ਇੱਕ ਕਲਗੀਧਰ ਪਾਤਸ਼ਾਹ ਨੂੰ ਪਤਾ ਕਿ ਨਿਕਲਣ 'ਚ ਨੁਕਸਾਨ ਹੈ, ਰਹਿਣ 'ਚ ਫਾਇਦਾ, ਬਾਕੀ ਸਾਰਿਆਂ ਨੂੰ ਨਿਕਲਣ 'ਚ ਫਾਇਦਾ ਨਜ਼ਰ ਆ ਰਿਹਾ। ਹਾਂਜੀ, ਸਤਿਗੁਰ ਹੋਏ ਬੈਠੇ ਮਤਵਾਲੇ। ਤੇ ਕਈ ਮੇਰੇ ਵਰਗੇ ਕਹਿੰਦੇ ਗੁਰੂ ਸਾਹਿਬ ਤੇ ਮਸਤ ਹੋਏ ਬੈਠੇ ਆ, ਮਤਵਾਲੇ ਮਸਤਾਨੇ ਹੋਏ ਆ। ਹਾਂਜੀ, ਹਿਤ ਅਹਨਿਤ ਨਹਿ ਸਕੈ ਕੋ ਡਾਲੇ। ਇਹ ਮਹਾਰਾਜ ਨੂੰ ਪਤਾ ਹੀ ਨਹੀਂ ਕਿ ਸਿੱਖਾਂ ਦਾ ਭਲਾ ਕਿਵੇਂ ਕਰਨਾ, ਹਿਤ ਅਣਹਿਤ ਦੀ ਵਿਚਾਰ ਹੀ ਨਹੀਂ ਮਹਾਰਾਜ ਕਰ ਰਹੇ। ਹਾਂਜੀ, ਇਨ ਹਟ ਰਣ ਕੋ ਮਨ ਮਹਿ ਧਾਰਿਓ। ਕਈ ਕਹਿੰਦੇ ਮਸੰਦ ਵੀ ਨੇ ਵਿੱਚ, ਉਹ ਕਹਿੰਦੇ ਇਹ ਬੜੇ ਹਠੀਲੇ ਨੇ, ਲੜਾਈ ਤੋਂ ਬਿਨਾਂ ਇਹਨਾਂ ਨੂੰ ਹੋਰ ਕੁਝ ਨਹੀਂ ਸੁਝਦਾ। ਕਹਿੰਦੇ ਕਲਗੀਧਰ ਪਾਤਸ਼ਾਹ ਬਾਰੇ ਤਾਂ ਵਰਲਡ ਪ੍ਰਸਿੱਧ ਗੱਲ ਸੀ, ਸ੍ਰੀ ਗੁਰੂ ਗੋਬਿੰਦ ਸਿੰਘ ਹਠੀਲਾ, ਨਿਤ ਕਰ ਹੈ ਵੈ ਜੁੱਧ ਕੀ ਲੀਲਾ। ਜੁੱਧ ਦੀ ਲੀਲਾ ਰੋਜ਼ ਕਰਨ ਵਾਲੇ ਨੇ, ਤਾਂ ਹਰ ਵੇਲੇ ਗਲੀ ਗਵਾਂਢ ਜਾਂਦੀ ਲੜਾਈ ਆਪਣੇ ਘਰ ਬੁਲਾ ਲੈਂਦੇ, ਆ ਜਾ ਸਾਡੇ ਨਾਲ ਦੋ ਹੱਥ ਕਰਕੇ ਜਾ। ਤੋ ਉਹ ਗੱਲਾਂ ਜਿਹੜੀਆਂ ਹੁਣ ਸਿੰਘਾਂ ਵਿੱਚ ਵੀ ਚੱਲ ਪਈਆਂ, ਜਿਹੜੇ ਉੱਥੇ ਅਨੰਦਪੁਰ 'ਚ ਰਹਿਣ ਵਾਲੇ ਕਹਿੰਦੇ ਇਹ ਤਾਂ ਮਹਾਰਾਜ ਜੰਗ ਦੇ ਨਾਂ ਤੇ ਸਭ ਕੁਝ ਵਾਰਨ ਨੂੰ ਤਿਆਰ ਨੇ। ਹਾਂਜੀ, ਨਿਕਸਨ ਸਮੋ ਨ ਭਲੋ ਵਿਚਾਰਿਓ। ਦੇਖੋ ਰਾਜਨੀਤੀ ਦਾ ਅੰਗ ਹੈ, ਇਸ ਵੇਲੇ ਜਾਨ ਬਚਾਉਣੀ ਚਾਹੀਦੀ ਹੈ, ਪਰ ਇਹ ਸਮਾਂ ਵੀ ਹੱਥੋਂ ਗਵਾ ਲੈਣਗੇ। ਬਾਰ ਬਾਰ ਪਛਤਾਵਤ ਮਾਤਾ। ਮਾਤਾ ਬਾਰ ਬਾਰ ਪਛਤਾਉਂਦੀ ਹੈ, ਬਾਰ ਬਾਰ ਨਸਾਸੇ ਮਾਰਦੀ ਹੈ। ਮਾਤਾ ਤਾਂ ਵਿਆਕੁਲ ਹੋਈ ਪਈ ਹੈ, ਮਾਤਾ ਗੁਜਰੀ ਜੀ। ਹਾਂਜੀ, ਕਹਾਂ ਕਰਮ ਮਮ ਲਿਖਿਓ ਵਿਦਾਤਾ। ਹੇ ਮੇਰੇ ਮਾਲਕ, ਹੇ ਮੇਰੇ ਵਾਹਿਗੁਰੂ, ਮੇਰੇ ਕਰਮਾਂ 'ਚ ਤੂੰ ਕੀ ਲਿਖਿਆ ਹੋਇਆ ਹੈ। ਹਾਂਜੀ, ਸਭ ਤੇ ਪੂਰਵ ਮੈਂ ਕਿਮ ਮਰੋਂ। ਇਹਨਾਂ ਸਾਰਿਆਂ ਤੋਂ ਪਹਿਲਾਂ ਮੈਂ ਮਰ ਜਾਵਾਂ, ਘੱਟ ਸੇ ਕਮ ਮੈਂ ਆਪਣੇ ਬੱਚਿਆਂ ਨੂੰ ਆਪਣੀ ਅੱਖਾਂ ਦੇ ਸਾਹਮਣੇ ਏਦਾਂ ਦੁਖੀ ਹੁੰਦਾ ਤਾਂ ਨਾ ਵੇਖਾਂ। ਸੁਤ ਪੋਤਰਨ ਦੁਖ ਜਿਅਤ ਨ ਭਰੋਂ। ਮੈਂ ਆਪਣੇ ਹੁੰਦਿਆਂ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਪੁੱਤਰ ਤੇ ਆਪਣੇ ਪੋਤਰਿਆਂ ਦਾ ਦੁੱਖ ਤਾਂ ਨਾ ਵੇਖਾਂ। ਸ੍ਰੀ ਬਾਬਾ ਨਾਨਕ ਸੁਖ ਕਰੋ। ਇਹ ਬਾਬਾ ਨਾਨਕ ਜੀ, ਇਹ ਗੁਰੂ ਨਾਨਕ ਜੀ, ਸਾਡੇ ਘਰ ਤੇ ਮਿਹਰ ਕਰੋ, ਸੁਖ ਕਰੋ। ਇਹ ਮਾਤਾ ਅਰਦਾਸਾਂ ਕਰਦੀ, ਮਾਤਾ ਗੁਜਰੀ। ਹਾਂਜੀ, ਸੰਕਟ ਭਰਿਓ ਅਧਿਕ ਸੁਹਰੋ। ਇਹ ਸਤਿਗੁਰੂ ਨਾਨਕ ਦੇਵ ਜੀ, ਬੜਾ ਵੱਡਾ ਸੰਕਟ ਮੇਰੇ ਪਰਿਵਾਰ ਤੇ ਆ ਗਿਆ, ਇਹ ਮੇਰੇ ਪੰਥ ਤੇ ਆ ਗਿਆ, ਤੇਰੇ ਪੰਥ ਤੇ ਆ ਗਿਆ। ਆਪ ਕਿਰਪਾ ਕਰਕੇ ਸਾਡੀ ਬੋੜੀ ਕਰੋ। ਸ੍ਰੀ ਦੇਵੀ ਮਾਤਾ ਸੁਖ ਦਾਤੀ। ਇਹ ਅਕਾਲ ਪੁਰਖ ਦੀ ਸ਼ਕਤੀ ਭਗਉਤੀ ਦੇਵੀ। ਸਾਧ ਸੰਗਤ ਜੀ, ਕਈ ਵਾਰੀ ਸ਼ੰਕਾ ਪੈ ਜਾਂਦਾ ਕਈਆਂ ਨੂੰ ਬਈ ਸ਼ਾਇਦ ਹਿੰਦੂਆਂ ਦੀ ਕੋਈ ਦੇਵੀ ਹੋਵੇਗੀ, ਮੁਸਲਮਾਨਾਂ ਦੀ ਕੋਈ ਦੇਵੀ ਹੋਵੇਗੀ। ਸਾਧ ਸੰਗਤ, ਜਿਹੜੀ ਦੇਵੀ ਹੈ ਨਾ ਹਿੰਦੂਆਂ ਦੀ ਹੈ, ਮੁਸਲਮਾਨਾਂ ਦੀ ਹੈ, ਨਾ ਸਿੱਖਾਂ ਦੀ ਹੈ, ਨਾ ਈਸਾਈਆਂ ਦੀ ਹੈ। ਦੇਵੀ ਤਾਂ ਸਾਰਿਆਂ ਦੀ ਸਾਂਝੀ ਹੈ। ਸ੍ਰੀ ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਅਕਾਲ ਪੁਰਖ ਦੀ ਸ਼ਕਤੀ ਨੂੰ ਦੇਵੀ ਕਿਹਾ ਇੱਥੇ, ਪਾਵਰ ਨੂੰ। ਕੋਈ ਵੀ ਪਾਵਰ ਤੋਂ ਬਿਨਾਂ ਪਾਵਰਫੁਲ ਨਹੀਂ ਹੁੰਦਾ। ਕੋਈ ਵੀ ਬਲਵਾਨ ਬਲ ਤੋਂ ਬਿਨਾਂ ਬਲਵਾਨ ਨਹੀਂ ਹੁੰਦਾ। ਕੋਈ ਸ਼ਕਤੀਸ਼ਾਲੀ ਸ਼ਕਤੀ ਤੋਂ ਬਿਨਾਂ ਸ਼ਕਤੀਸ਼ਾਲੀ ਨਹੀਂ ਹੁੰਦਾ। ਅਕਾਲ ਪੁਰਖ ਸ਼ਕਤੀ ਤੋਂ ਬਿਨਾਂ ਕਿਵੇਂ ਸੰਸਾਰ ਪੈਦਾ ਕਰ ਸਕਦਾ ਹੈ ਨਾ। ਇਸ ਕਰਕੇ ਜੋ ਖਾਲਸੇ ਨੂੰ ਭਗਉਤੀ ਬਖਸ਼ੀ ਹੈ ਗਾਤਰੇ ਵਿੱਚ, ਇਹ ਉਹ ਪਰਮੇਸ਼ਰ ਦੀ ਸ਼ਕਤੀ ਦਾ ਪ੍ਰਤੀਕ ਹੈ। ਦਸਮ ਪਾਤਸ਼ਾਹ ਦੀ ਬਾਣੀ ਜੇ ਭਗਉਤੀ ਪਦ, ਚੰਡੀ ਪਦ, ਦੇਵੀ ਪਦ ਜਿੱਥੇ ਆਉਂਦਾ ਨਾ, ਉੱਥੇ ਉਸ ਸ਼ਕਤੀ ਦੀ ਗੱਲ ਹੈ ਜਿਹਨੂੰ ਇਲੈਕਟ੍ਰਿਕ ਪਾਵਰ ਆਪਾਂ ਕਹਿੰਦੇ ਆ। ਜਿਵੇਂ ਆ ਬਿਜਲੀ ਹੈ, ਦੇਖੋ ਪੱਖੇ ਵੀ ਚੱਲ ਰਹੇ ਨੇ, ਕੂਲਰ ਵੀ ਚੱਲ ਰਹੇ ਨੇ, ਹੀਟਰ ਵੀ ਚੱਲ ਰਹੇ ਨੇ, ਫਰਿੱਜ ਵੀ ਚੱਲ ਰਹੇ ਨੇ, ਮਸ਼ੀਨਾਂ ਦੇ ਟਿਊਬਾਂ ਬਲਬਾਂ ਦੇ ਰੂਪ ਵੱਖਰੇ ਵੱਖਰੇ ਨੇ, ਪਰ ਬਿਜਲੀ ਦਾ ਕਰੰਟ ਦਾ ਤੇ ਰੂਪ ਕੋਈ ਨਹੀਂ। ਅਰੂਪ ਹੋ ਕੇ ਸਾਰੇ ਰੂਪ ਪੈਦਾ ਕਰ ਰਹੀ ਹੈ। ਉਹ ਅਰੂਪ ਸ਼ਕਤੀ ਹੈ ਪਰਮੇਸ਼ਰ ਦੀ, ਜਿਹਨੂੰ ਭਗਉਤੀ ਕਹਿੰਦੇ ਹਨ। ਉਹ ਸਾਰੇ ਰੂਪਾਂ ਵਿੱਚ ਹੀ ਵਰਤ ਜਾਂਦੀ ਹੈ। ਆਖੋ ਸ੍ਰੀ ਵਾਹਿਗੁਰੂ। ਉਸ ਅਕਾਲ ਪੁਰਖ ਦੀ ਸ਼ਕਤੀ ਅੱਗੇ ਮਾਤਾ ਜੀ ਕਹਿੰਦੇ, ਹੇ ਮਾਤਾ, ਹੇ ਚੰਡੀ, ਹੇ ਭਵਾਨੀ, ਕਿਰਪਾ ਕਰ, ਆ ਜਿਹੜਾ ਸੰਕਟ ਮੇਰੇ ਪਰਿਵਾਰ ਤੇ ਆਇਆ ਟਾਲ ਦੇ। ਹਾਂਜੀ, ਸੁਤ ਕੀ ਮਤ ਕੀਜੈ ਅਵਦਾਤੀ। ਮੇਰੇ ਪੁੱਤਰ ਦਾ ਖਿਆਲ ਬਦਲ ਦੇ। ਮੇਰੇ ਪੁੱਤਰ ਦੇ ਖਿਆਲਾਂ ਵਿੱਚ ਤੂੰ ਇੰਨਾ ਰਹਿਮ ਪਾ ਦੇ ਕਿ ਆਪਣਾ ਪੰਥ ਤੇ ਆਪਣਾ ਪਰਿਵਾਰ ਬਚਾ ਲਵੇ।
ਹਾਂਜੀ। ਜਿਮ ਆਪਣੋ ਪਰਿਵਾਰ ਬਚਾਵੈ। ਮੇਰਾ ਪੁੱਤਰ ਆਪਣਾ ਪਰਿਵਾਰ ਬਚਾਉਣ ਲਈ ਸੋਚੇ। ਅੱਜ ਮੇਰਾ ਪੁੱਤਰ ਯੁੱਧ ਦੀ ਸੋਚੀ ਬੈਠਾ ਹੈ, ਅੜੀ ਕਰੀ ਬੈਠਾ ਹੈ, ਜਿੱਦ ਕਰੀ ਬੈਠਾ ਹੈ। ਸੇ ਪ੍ਰਕਾਰ ਇਨ ਕੋ ਫਰ ਆਵੈ। ਐਸਾ ਕੋਈ ਕਿਰਪਾ ਕਰ ਬਚਨ ਇਹਦੇ ਮਨ ਵਿੱਚ ਫੁਰ ਆਵੇ ਕਿ ਇਹ ਲੜਾਈ ਦਾ ਰਾਹ ਛੱਡ ਕੇ ਅਨੰਦਪੁਰ ਦਾ ਕਿਲਾ ਛੱਡਣ ਲਈ ਰਾਜੀ ਹੋ ਜਾਵੇ। ਕਿਆ ਮੈਂ ਕਰੂੰ ਪੁੱਤਰ ਨਹਿ ਮਾਨੈ। ਮੈਂ ਕੀ ਕਰਾਂ, ਮੇਰਾ ਪੁੱਤਰ ਨਹੀਂ ਮੰਨਦਾ। ਕਹਾਂ ਦੇਵ ਹਮ ਗਤ ਕੋ ਠਾਨੈ। ਇਹ ਵਾਹਿਗੁਰੂ ਸਾਡਾ ਕੀ ਬਣੇਗਾ, ਇਹ ਮੇਰੇ ਪ੍ਰਮਾਤਮਾ ਸਾਡਾ ਕੀ ਹੋਵੇਗਾ, ਸਾਡੇ ਨਾਲ ਕੀ ਭਾਣਾ ਵਰਤੇਗਾ। ਲਿਖੈ ਬਿਦਾਵਾ ਜੇ ਚਲ ਜਾਵੈ। ਜੇ ਅਸੀਂ ਬਿਦਾਵਾ ਲੈ ਕੇ ਚਲੇ ਗਏ, ਮਾਤਾ ਇਹ ਵੀ ਸੋਚਦੀ ਹੈ ਵੀ ਸਿੰਘ ਜਾਂ ਅਸੀਂ ਬਿਦਾਵਾ ਲੈ ਕੇ ਇਹਨਾਂ ਨੂੰ ਛੱਡ ਕੇ ਜਾਈਏ, ਉਹ ਵੀ ਗੱਲ ਚੰਗੀ ਨਹੀਂ ਜਾਪਦੀ। ਬਚੈ ਨਹੀਂ ਸੁਤ ਬਾਕ ਅਲਾਵੈ। ਅਸੀਂ ਬਿਦਾਵਾ ਲੈ ਕੇ ਜਾਨ ਬਚਾਉਣ ਲਈ ਤੁਰ ਗਏ, ਮਾਤਾ ਸੋਚਦੀ ਹੈ ਅਸੀਂ ਲਿਖ ਕੇ ਚਲੇ ਜਾਈਏ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਫਿਰ ਵੀ ਅਸੀਂ ਕੋਈ ਨਹੀਂ ਬਚਣਾ। ਕਿਉਂ? ਗੁਰੂ ਤੋਂ ਬੇਮੁਖ ਹੋ ਕੇ ਜਾਵਾਂਗੇ, ਗੁਰੂ ਕੋਈ ਸ਼ਰਾਪ ਦੇ ਦੇਗਾ, ਇਹਦੇ ਮੂੰਹ ਤੋਂ ਨਿਕਲ ਗਿਆ ਬਚਨ ਸੁਤ ਬਾ। ਮਾਤਾ ਨੂੰ ਇਹ ਪਤਾ ਸੀ ਕਿ ਮੇਰਾ ਪੁੱਤਰ ਹੀ ਨਹੀਂ ਇਕੱਲਾ, ਇਹ ਗੁਰੂ ਨਾਨਕ ਦਾ ਰੂਪ ਵੀ ਹੈ। ਆਖੋ ਸ੍ਰੀ ਵਾਹਿਗੁਰੂ। ਇਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਮਾਤਾ ਜੀ ਨੂੰ ਕਿਹਾ ਸੀ ਕਿ ਗੁਜਰੀ ਜੀ, ਜਿਹੜਾ ਤੇਰੀ ਕੁੱਖ ਤੋਂ ਪੈਦਾ ਹੋਇਆ, ਜਿਹੜਾ ਮੇਰੇ ਤੋਂ ਬਾਅਦ ਇਹ ਗੁਰੂ ਬਣ ਰਿਹਾ, ਇਹ ਕੋਈ ਆਮ ਸਧਾਰਨ ਵਿਅਕਤੀ ਨਾ ਸਮਝੀ, ਕੋਈ ਪੁੱਤਰ ਨਾ ਸਮਝੀ। ਇਹ ਅਕਾਲ ਪੁਰਖ ਦੀ ਮਹਾਂ ਸ਼ਕਤੀ ਸੰਸਾਰ 'ਚ ਪ੍ਰਗਟ ਹੋਈ ਹੈ। ਜੋ ਇਹ ਕਵੇ ਤੂੰ ਮੰਨ ਲਵੀਂ, ਕਦੀ ਇਹਦੀ ਗੱਲ 'ਚ ਰੋਕ ਟੋਕ ਨਾ ਕਰੀ। ਤੇ ਮਾਤਾ ਜੀ ਗੁਰੂ ਸਾਹਿਬ ਦੀ ਗੱਲ 'ਚ ਕਦੀ ਰੋਕ ਟੋਕ ਕਰਦੇ ਵੀ ਨਹੀਂ ਸੀ, ਪਰ ਹੁਣ ਸਮੱਸਿਆ ਹੀ ਐਸੀ ਆ ਗਈ ਕਿ ਪਰਿਵਾਰ ਦਾ ਮੋਹ, ਬੱਚਿਆਂ ਦਾ ਮੋਹ, ਪਰਿਵਾਰ ਦੀ ਹਾਲਤ, ਭੁੱਖ ਦੀ ਤੰਗੀ। ਤੇ ਮਾਤਾ ਕਹਿੰਦੀ ਜੇ ਕਿਤੇ ਇਹਨਾਂ ਨੂੰ ਛੱਡ ਕੇ ਅਸੀਂ ਚਲੇ ਗਏ ਤੇ ਇਹਨਾਂ ਨੇ ਸ਼ਰਾਪ ਦੇਤਾ ਤੇ ਫੇਰ ਰਸਤੇ 'ਚ ਹੀ ਰਹਿ ਜਾਣਾ, ਫੇਰ ਵੀ ਕੁਛ ਨਹੀਂ ਪੱਲੇ ਪੈਣਾ। ਹਾਂਜੀ, ਜਿਉਂ ਕਿਉਂ ਕਹਿਓ ਸਾਚ ਜਿਨ ਕੇਰਾ। ਕਿਉਂਕਿ ਜੋ ਇਹਨਾਂ ਨੇ ਕਹਿਤਾ ਉਹ ਸੱਚ ਹੋਣਾ। ਇਹਨਾਂ ਦੀ ਇਹ ਵੀ ਮਾਤਾ ਨੂੰ ਪਤਾ ਹੈ ਕਿ ਇਹਨਾਂ ਦੀ ਰਸਨਾ ਦਾ ਬੋਲ ਦਾ ਜਿਹੜਾ ਨਿਕਲਿਆ ਹੈ ਉਹ ਟਲ ਨਹੀਂ ਸਕਦਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਕਹਿਣਗੇ ਨਾ ਉਹ ਹੋ ਜਾਣਾ। ਹਾਂਜੀ, ਪਰਖਿਓ ਬਹੁਤ ਬਾਰ ਦ੍ਰਿਗ ਹੀਰਾ। ਮਾਤਾ ਕਹਿੰਦੀ ਕਈ ਵਾਰੀ ਮੈਂ ਆਪਣੀ ਅੱਖਾਂ ਨਾਲ ਪਰਖ ਬੈਠੀ ਆ, ਮੇਰੇ ਪੁੱਤਰ ਦੀ ਰਸਨਾ ਤੋਂ ਜੋ ਨਿਕਲਦਾ ਉਹ ਪੂਰਾ ਹੀ ਹੁੰਦਾ, ਕਦੀ ਇਹਦਾ ਵਚਨ ਖਾਲੀ ਨਹੀਂ ਗਿਆ। ਰਹਿ ਦੁਰਗ ਮਹਿ ਨੀਕ ਨ ਸੋਈ। ਪਰ ਇਹਨਾਂ ਦਾ ਹੁਣ ਜਿਹੜਾ ਕਹਿਣਾ ਉਹ ਮੰਨਣਾ ਔਖਾ ਹੋਇਆ ਪਿਆ। ਕਿਲੇ ਵਿੱਚ ਰਹੋ, ਇਹ ਗੱਲ ਵੀ ਠੀਕ ਨਹੀਂ। ਕਿਉਂ? ਜੇ ਕਿਲੇ 'ਚ ਰਵਾਂਗੇ ਤੇ ਭੁੱਖੇ ਮਰ ਜਾਵਾਂਗੇ। ਨਿਕਾਰਨ ਮਸਲਤ ਕਹਿ ਸਭ ਕੋਈ। ਸਾਰੇ ਇੱਥੋਂ ਨਿਕਲਣ ਦੀ ਸਲਾਹ ਦਿੰਦੇ ਪਏ ਆ, ਸਾਰਿਆਂ ਦੀ ਇੱਕੋ ਰਾਏ ਹੈ ਵੀ ਨਿਕਲ ਚੱਲੋ, ਨਿਕਲ ਚੱਲੋ। ਇਹ ਗੁਰੂ ਕਲਗੀਧਰ ਨੂੰ ਛੱਡ ਕੇ ਕੋਈ ਵੀ ਨਹੀਂ ਕਹਿੰਦਾ ਇੱਥੇ ਰਹਿਣਾ। ਹਾਂਜੀ, ਅਬ ਅਰਮਾਨ ਹੈ ਕਰੇ ਨਿਕਾਰਨ। ਹੁਣ ਦੁਸ਼ਮਣ ਵੀ ਰਾਜੀ ਹੈ ਕੱਢਣ ਵਾਸਤੇ ਵੀ ਤੁਸੀਂ ਨਿਕਲ ਜਾਓ। ਹਾਂਜੀ, ਪੁਨ ਹਟ ਜਾਏ ਕਰੇ ਵਿੱਚ ਮਾਰਨ। ਜੇ ਅਸੀਂ ਨਾ ਇਹ ਮੌਕਾ ਸਾਂਭਿਆ, ਦੁਸ਼ਮਣ ਨੇ ਫਿਰ ਮੌਕਾ ਨਹੀਂ ਦੇਣਾ ਤੇ ਵਿੱਚੇ ਕਿਲੇ ਦੇ ਮਾਰ ਦੇਣਗੇ, ਸਾਰਿਆਂ ਨੂੰ ਵੱਢ ਦੇਣਗੇ। ਇਮ ਹੀ ਸਿੰਘ ਧਰੈ ਚੁਤ ਆਈ। ਇਹਦਾ ਸਿੰਘ ਵੀ ਦੁਬਦਾ 'ਚ ਪਏ, ਸਿੰਘ ਵੀ ਸਾਰੇ ਕਹਿੰਦੇ ਆ ਵੀ ਮਹਾਰਾਜ ਨਿਕਲ ਜਾਣ ਤੇ ਚੰਗਾ ਹੈ। ਚਹਿ ਵਹਿਰ ਗੁਰ ਤਜਿਓ ਨਾ ਜਾਈ। ਪਰ ਮਹਾਰਾਜ ਨੂੰ ਛੱਡ ਕੇ ਜਾਣ ਨੂੰ ਵੀ ਹੌਸਲਾ ਨਹੀਂ ਵੀ ਗੁਰੂ ਸਾਹਿਬ ਨੂੰ ਇੱਥੇ ਛੱਡ ਜਾਈਏ ਤੇ ਆਪ ਚਲੇ ਜਾਈਏ, ਇਦਾਂ ਵੀ ਚੰਗਾ ਨਹੀਂ ਲੱਗਦਾ। ਹਾਂਜੀ, ਜਿਨ ਆਗੇ ਘਾਲਨ ਕੋ ਘਾਲ। ਸਿੰਘ ਸੋਚਦੇ ਆ ਜਿਨ੍ਹਾਂ ਦੇ ਅੱਗੇ ਅਸੀਂ ਇੰਨੀਆਂ ਨਹੀਂ ਘਾਲਾਂ ਘਾਲੀਆਂ, ਜਿਨ੍ਹਾਂ ਦੇ ਅੱਗੇ ਖੰਡੇ ਚਲਾਏ, ਤੇਗਾਂ ਵਾਹੀਆਂ, ਉਸ ਗੁਰੂ ਨੂੰ ਛੱਡ ਜਾਈਏ ਹੁਣ। ਹਾਂਜੀ, ਸੇਵਾ ਕਰਤੇ ਰਹੇ ਵਿਸਾਰ। ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਰਹੇ, ਸਾਡੇ ਵੱਡੇ ਵਡੇਰੇ ਜਿਸ ਗੁਰੂ ਘਰ ਦੀ ਸੇਵਾ ਕਰਦੇ ਰਹੇ, ਉਸ ਗੁਰੂ ਨੂੰ ਛੱਡ ਕੇ ਜਾਈਏ, ਇਹ ਵੀ ਔਖਾ ਹੈ। ਜੁਗ ਲੋਕਨ ਕੇ ਜੋਨ ਸਹਾਈ। ਜਿਹੜੇ ਗੁਰੂ ਦੋਵਾਂ ਜਹਾਨਾਂ ਦੇ ਸਹਾਈ ਨੇ, ਲੋਕ ਪਰਲੋਕ ਦੇ ਹਲਤ ਪਲਤ ਸਵਾਰਨ ਵਾਲੇ ਹਨ। ਅਸ ਗੁਰ ਪੂਰਨ ਕਿਮ ਤਜ ਜਾਈ। ਐਸੇ ਗੁਰੂ ਨੂੰ, ਪੂਰੇ ਸਤਿਗੁਰੂ ਨੂੰ ਛੱਡ ਕੇ ਕਿਵੇਂ ਜਾਈਏ? ਗੁਰੂ ਸਮੈ ਇਸ ਹਟ ਕੋ ਤਾਰਾ। ਪਰ ਗੁਰੂ ਸਾਹਿਬ ਨੇ ਇਸ ਮੌਕੇ ਹੱਠ ਕਰ ਲਿਆ ਬਹੁਤ ਜ਼ਿਆਦਾ। ਨਹਿ ਨਿਕਸ ਹੈ ਚਹਿ ਜੰਗ ਅਖਾਰਾ। ਇਹਦਾ ਜੰਗ ਅਖਾੜਾ ਚਾਹੁੰਦੇ ਆ, ਯੁੱਧ ਕਰਨਾ ਚਾਹੁੰਦੇ, ਨਿਕਲਦੇ ਨਹੀਂ ਕਿਲੇ ਚੋਂ। ਮਿਲ 100 200 ਮਸਲਤ ਕਰੈ। ਇਸ ਤਰ੍ਹਾਂ ਕਿਤੇ 100, ਕਿਤੇ 200, ਕਿਤੇ 400 ਸਿੰਘ ਮਿਲ ਕੇ ਨਾ, ਕਦੀ ਇੱਧਰ ਬੈਠੇ 100 ਸਿੰਘ ਸਲਾਹ ਕਰੀ ਜਾਂਦੇ, 10-20 ਸਿੰਘ ਉੱਧਰ ਕਰੀ ਜਾਂਦੇ ਆ, ਸਲਾਹਾਂ ਹੀ ਕਰੀ ਜਾਂਦੇ। ਮਹਾਰਾਜ ਨੂੰ ਕਿਵੇਂ ਮਨਾਈਏ? ਬਣੀ ਕਠਿਨਤਾ ਧੀਰ ਨ ਤਰੈ। ਬੜੀ ਕਠਿਨ ਅਵਸਥਾ ਬਣ ਗਈ ਹੈ, ਹੌਸਲਾ ਸਾਰਿਆਂ ਦਾ ਢਹਿ ਚੁੱਕਾ ਹੈ। ਸ਼ੁਦਾ ਕਸ਼ਟ ਵੱਡ ਜਾਏ ਨਾ ਚਾਲਾ। ਹੋਰ ਕੋਈ ਗੱਲ ਨਹੀਂ, ਭੁੱਖ ਦਾ ਦੁੱਖ ਨਹੀਂ ਝੱਲਿਆ ਜਾ ਰਿਹਾ, ਭੁੱਖ ਨਹੀਂ ਜਾਈ ਜਾ ਰਹੀ, ਸਭ ਤੋਂ ਭੈੜੀ ਭੁੱਖ ਹੈ। ਹਾਂਜੀ,
ਆਬਲੋ ਕਾਟਿਓ ਕਾਲ ਦੁਖਾਲਾ। ਅਜੇ ਤੱਕ ਤਾਂ ਕਹਿੰਦੇ ਔਖਾ ਸੌਖਾ ਟਾਈਮ ਕੱਟ ਲਿਆ, ਹੁਣ ਤੇ ਦਰਖਤਾਂ 'ਚ ਪੱਤੇ ਵੀ ਨਹੀਂ ਰਹੇ ਖਾਣ ਜੋਗੇ। ਨੀਠ ਨੀਠ ਕਿਮ ਰਹੇ ਪ੍ਰਾਨਾ। ਜਿਵੇਂ ਕਿਵੇਂ ਔਖਾ ਸੌਖਾ ਪ੍ਰਾਣ ਇੱਥੋਂ ਤੱਕ ਲਿਆਂਦੇ ਭੁੱਖੇ ਰਹਿ ਰਹਿ ਕੇ। ਰਹਿਓ ਨਾ ਜਾਏ ਅਬੈ ਕੱਢ ਖਾਨਾ। ਹੁਣ ਕੁਛ ਵੀ ਨਹੀਂ ਰਹਿ ਗਿਆ, ਹੁਣ ਕੀ ਕਰੀਏ। ਅਨ ਬਿਨਾ ਤਰਸਾਏ ਕਨੇਰੇ। ਅੰਨ ਤੋਂ ਬਿਨਾਂ ਤਰਸ ਰਹੇ ਆ। ਕਦੀ ਰੋਟੀ ਮਿਲੇਗੀ, ਕਦੀ ਵੇਖਾਂਗੇ ਰੋਟੀ ਖਾਣ ਨੂੰ, ਤਾਂ ਕੀ ਵੇਖਣ ਨੂੰ ਵੀ ਨਹੀਂ ਮਿਲਦੀ। ਨਹਿ ਪ੍ਰਾਪਤ ਪੁਨ ਹੈ ਡਿਗ ਘੇਰੇ। ਇਸ ਘੇਰੇ 'ਚ ਮਿਲਣੀ ਵੀ ਕੋਈ ਨਹੀਂ। ਇੱਥੇ ਬੈਠੇ ਰਹੀਏ ਭਾਵੇਂ ਸਾਲ ਬੈਠੇ ਰਹੀ, ਰੋਟੀ ਤਾਂ ਨਹੀਂ ਮਿਲਣੀ। ਹਾਂਜੀ, ਸਪਤ ਦਿਵਸ ਮਹਿ ਕਹੇ ਤੇ ਆਵੈ। ਗੁਰੂ ਸਾਹਿਬ ਕਹਿੰਦੇ 7 ਦਿਨ ਠਹਿਰ ਜਾਓ, 7 ਦਿਨ ਤੋਂ ਗੁੱਤ ਰੋਟੀਆਂ ਆ ਜਾਣਗੀਆਂ। ਗੱਲਾਂ ਕਰਦੇ ਭੁੱਖੇ ਬੰਦੇ ਨੂੰ ਸਾਧ ਸੰਗਤ ਜੀ ਕੋਈ ਗਿਆਨ ਧਿਆਨ ਨਹੀਂ ਸੋਚਦਾ ਹੁੰਦਾ। ਜਦੋਂ ਬੰਦਾ ਭੁੱਖਾ ਹੋਵੇ ਨਾ, ਉਹਨੂੰ ਇਹ ਨਹੀਂ ਪਤਾ ਵੀ ਕਿਵੇਂ ਬੋਲਣਾ, ਫਿਰ ਤਾਂ ਝਟਕਾ ਸਵਾਰ ਕੰਮ ਚੱਲ ਪੈਂਦਾ। ਉਹ ਸਿੰਘ ਕਹਿੰਦੇ 7ਵੇਂ ਦਿਨ ਕੋਈ ਰੋਟੀਆਂ ਸਮਾਨੋਂ ਡਿੱਗਣਗੀਆਂ। 7 ਦਿਨ ਤੋਂ ਕਿੱਥੋਂ ਆ ਜਾਏਗਾ ਰਾਸ਼ਨ ਪਾਣੀ। ਹਾਂਜੀ, ਨਾਹਕ ਸਭ ਕੇ ਪ੍ਰਾਨ ਗਵਾਵੈ। ਐਵੇਂ ਗੁਰੂ ਸਾਹਿਬ ਮਸਤਾਨੀ ਭਜਨ ਕਰਦੇ, ਸਾਰਿਆਂ ਨੂੰ ਮਰਵਾਉਣ ਦੇ ਲੱਗਿਆ। ਮਰਵਾ ਦੇਣਗੇ ਮਾਰੇ ਸਾਨੂੰ ਹੁਣ। ਨਹੀਂ ਵਾਸ ਰਹਿਓ ਅਬ ਜਾਏ। ਇੱਥੇ ਨਹੀਂ ਸਾਡੇ ਕੋਲੋਂ ਆਕੀ ਹੋ ਕੇ ਰਿਹਾ ਜਾਂਦਾ, ਹੁਣ ਤਾਂ ਸਾਡੀ ਆਕੜ ਟੁੱਟ ਗਈ ਹੈ। ਸ਼ੁਦਤ ਮਰੈ ਸਿੱਖ ਤੋ ਛੁਟਕਾਏ। ਭੁੱਖ ਨਾਲ ਜਦੋਂ ਮਰ ਜਾਾਂਗੇ ਆਪੇ 7 ਦਿਨ ਭੋਗ ਪੈ ਜਾਏਗਾ। ਫਿਰ ਗੱਲਾਂ ਇਹ ਵੀ ਕਰਦੇ, ਕਹਿੰਦੇ ਗੁਰੂ ਸਾਹਿਬ ਲੱਗਦਾ ਵੀ 7ਵੇਂ ਦਿਨ ਸਾਡਾ ਭੋਗ ਪਵਾਉਣਾ ਚਾਹੁੰਦੇ ਆ, ਵੀ 7 ਦਿਨ ਰੁਕ ਜਾਓ। ਭੁੱਖੇ ਮਰ ਗਏ ਫਿਰ ਆਪੇ ਫਿਰ ਕਿੱਥੇ ਫਿਰ ਕਿਹਨੇ ਰੋਟੀ ਮੰਗਣੀ ਹੈ ਤੇ ਕਿਹਨੇ ਦੇਣੀ ਹੈ ਤੇ ਕਿਹਨੇ ਲਿਆਣੀ ਹੈ। ਹਾਂਜੀ, ਨਾਹਿਕ ਲਰਨ ਮਰਨ ਅਬ ਇਹਾਂ। ਨਹੀਂ ਤੇ ਇੱਥੇ ਬਿਨਾਂ ਮਤਲਬ ਦੇ ਲੜਾਈ ਛੇੜੀ ਹੋਈ ਹੈ। ਹੁਣ ਕੋਈ ਮਤਲਬ ਨਹੀਂ ਰਹਿ ਗਿਆ ਇਸ ਲੜਾਈ ਦਾ। ਸਤਿਗੁਰ ਕੇ ਉਰ ਆਏ ਨ ਕਹਾਂ। ਪਰ ਪਤਾ ਨਹੀਂ ਇਹਨਾਂ ਦੇ ਮਨ 'ਚ ਕੀ ਆਈ ਹੈ, ਕਿਉਂ ਗੁਰੂ ਸਾਹਿਬ ਜਿੱਦ ਫੜੀ ਬੈਠੇ ਆ। ਸਭ ਜੇ ਨਿਕਸ ਚਲੋਗੇ ਰਾਹੂ। ਫਿਰ ਆਪਸ ਗੱਲਾਂ ਕਰਦੇ, ਕਈ ਮੇਰੇ ਵਰਗੇ ਢਿੱਲੇ ਮੱਠੇ ਕਹਿੰਦੇ ਜੇ ਆਪਾਂ ਨਿਕਲ ਚੱਲੀਏ। ਰਹਿ ਗੁਰ ਦੁਰਗ ਕੇ ਮਾਹੂ। ਇਕੱਲੇ ਰਹਿਣ ਫਿਰ ਪਿੱਛੇ। ਕਈ ਤਰ੍ਹਾਂ ਦੇ ਸਿੰਘ ਸੀ ਨਾ, ਕਈ ਤੇ ਸਿੱਧਕੀ ਸੀਗੇ, ਕਈ ਮੇਰੇ ਵਰਗੇ ਦਰਮਿਆਨੇ ਜਿਹੇ ਸੀ, ਵਿੱਚ ਅੱਧੇ ਇੱਧਰ ਅੱਧੇ ਇੱਧਰ। ਕਈ ਉਹ ਬਹੁਤੇ ਢਿੱਲੇ ਕਹਿੰਦੇ ਚੱਲੀਏ, ਫਿਰ ਨਹੀਂ ਮੰਨਦੇ ਤਾਂ। ਹਾਂਜੀ, ਚਲੈ ਸੰਗ ਹੀ ਇਨ ਬਨ ਆਵੈ। ਕਈ ਕਹਿੰਦੇ ਨਹੀਂ ਨਹੀਂ ਆਪਾਂ ਮਹਾਰਾਜ ਨੂੰ ਨਾਲ ਲੈ ਕੇ ਚੱਲੀਏ। ਕਹਿੰਦੇ ਇਹਨਾਂ ਨੂੰ ਪਿੱਛੇ ਕਿਵੇਂ ਛੱਡ ਕੇ ਚੱਲੀਏ, ਕੱਲਿਆਂ ਨੂੰ ਕਿਵੇਂ ਛੱਡ ਕੇ ਚੱਲੀਏ ਮਹਾਰਾਜ ਨੂੰ। ਹਾਂਜੀ, ਭਲੀ ਨਹੀਂ ਇਹ ਲਿਖਤ ਕਰਾਵੈ। ਜੇ ਕਹਿਣ ਵੀ ਲਿਖ ਕੇ ਦਿਓ ਤੇ ਆਪਾਂ ਨਹੀਂ ਲਿਖ ਕੇ ਦੇਣਾ ਬਈ, ਇਹ ਨਹੀਂ ਗੱਲ ਠੀਕ। ਕਹਿੰਦੇ ਵਿਦਾਵਾ ਲਿਖ ਕੇ ਕਿਵੇਂ ਦਈਏ ਅਸੀਂ, ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਇਹ ਨਹੀਂ ਲਿਖਿਆ ਜਾਂਦਾ ਕਹਿੰਦੇ ਸਾਡੇ ਤੋਂ। ਸਿੱਖੀ ਬੀਜ ਜਾਏ ਜਗ ਮਾਹੀ। ਜੇ ਅਸੀਂ ਲਿਖ ਕੇ ਦੇਤਾ ਸਿੱਖੀ ਦਾ ਬੀਜ ਨਾਸ ਹੋ ਜਾਏਗਾ। ਤੇ ਪੰਥ ਨੂੰ ਪਿਆਰ ਕਰਨ ਵਾਲੇ ਸਿੰਘ ਨੇ, ਪੰਥ ਚੜ੍ਹਦੀ ਕਲਾਂ 'ਚ ਰਵੇ, ਸਦਾ ਪੰਥ ਜਿਉਂਦਾ ਰਵੇ। ਉਹ ਕਹਿੰਦੇ ਪੰਥ ਖਤਮ ਹੋ ਜਾਏਗਾ ਜੇ ਆਪਾਂ ਲਿਖ ਕੇ ਦੇਤਾ ਤੇ। ਹਾਂਜੀ, ਨਿੰਦਾ ਹੋਏ ਹਮਰੀ ਜਹ ਕਾਹੀ। ਸਾਡੀ ਨਿੰਦਾ ਹੋਵੇਗੀ, ਕਹਿਣਗੇ ਵੱਡੇ ਬੜੇ ਫਿਰਦੇ ਸੀ ਸਿੰਘ, ਗੁਰੂ ਨੂੰ ਵਿਦਾਵਾ ਲਿਖ ਕੇ ਦੇ ਆਏ, ਫਿਰ ਇਹ ਗੱਲ ਆਵੇਗੀ। ਹਾਂਜੀ, ਚਲੈ ਨਿਕਸ ਪ੍ਰਭ ਬਿਨਾ ਲਿਖਾਏ। ਹਾਂ, ਏਦਾਂ ਕਰੀਏ ਮਹਾਰਾਜ ਲਿਖਾਣ ਨਾ ਤੇ ਉਦਾਂ ਹੀ ਨਿਕਲ ਚੱਲੀਏ, ਉਹ ਗੱਲ ਵੱਖਰੀ ਹੈ। ਪਰ ਜੇ ਉਹ ਕਹਿਣ ਵੀ ਲਿਖ ਕੇ ਜਾਓ, ਫੇਰ ਏਦਾਂ ਨਹੀਂ ਗੱਲ ਬਣਦੀ। ਹਾਂਜੀ, ਸਭ ਹੀ ਸ਼ੁਭ ਕਾਰਜ ਬਣ ਜਾਏ। ਜੇ ਮਹਾਰਾਜ ਵੀ ਮੰਨ ਜਾਣ ਨਾਲ ਚੱਲਣ ਨੂੰ ਤੇ ਫਿਰ ਤੇ ਗੱਲ ਹੀ ਨਿਆਰੀ ਹੈ, ਫਿਰ ਤਾਂ ਝਗੜਾ ਹੀ ਮੁੱਕਾ। ਮਹਾਰਾਜ ਮੰਨ ਜਾਣ, ਇਹੀ ਕਰੀ ਅਰਦਾਸ ਵੀ ਉਹ ਸਾਡੇ ਨਾਲ ਬਿਨਾਂ ਵਿਦਾਵਾ ਲਿਖਾਇਆ ਨਾਲ ਨਾਲ ਤੁਰ ਪੈਣ, ਆਪਾਂ ਵੀ ਨਿਕਲ ਚੱਲੀਏ। ਨਾ ਹੀ ਤੇ ਲਿਖਿਓ ਵਿਦਾਵਾ ਚਲੋ। ਨਹੀਂ ਤਾਂ ਫਿਰ ਲਿਖ ਦਿਓ ਵਿੱਚ, ਉਹ ਵੀ ਹਨ। ਉਹ ਕਹਿੰਦੇ ਚਲੋ ਜੇ ਨਹੀਂ ਮੰਨਦੇ ਫਿਰ ਤਾਂ ਲਿਖੋ। ਕਈ ਤਰ੍ਹਾਂ ਦੀਆਂ ਗੱਲਾਂ ਵੱਖੋ ਵੱਖ, ਜਦੋਂ ਸਿੰਘ ਬਹਿ ਕੇ ਗੱਲਾਂ ਕਰਦੇ ਨਾ, ਉੱਥੇ ਵੱਖ ਵੱਖ ਬੋਲੀਆਂ ਬੋਲਦੇ ਆ। ਕੋਈ ਕਹਿੰਦੇ ਨਹੀਂ ਲਿਖਣਾ ਨਹੀਂ ਬਈ, ਕੋਈ ਕਹਿੰਦੇ ਨਹੀਂ ਮਨਾ ਲਓ, ਜੇ ਵਿਦਾਵਾ ਲਿਖੇ ਤੋਂ ਬਿਨਾਂ ਚੱਲ ਪੈਣ ਤੇ। ਕਈ ਕਹਿੰਦੇ ਜੇ ਨਹੀਂ ਮੰਨਦੇ ਫਿਰ ਆਪਾਂ ਲਿਖ ਦਿੰਦੇ ਆ। ਕਹਿੰਦੇ ਹਾਂਜੀ, ਜੀਵਤ ਰਹੋ ਫੇਰ ਕਬ ਮਿਲੋ। ਜੇ ਜਿਉਂਦੇ ਰਹੇ ਨਾ ਫੇਰ ਆ ਕੇ ਮਿਲ ਜਾਾਂਗੇ ਗੁਰੂ ਨੂੰ, ਫਿਰ ਮਾਫੀ ਮੰਗ ਲਾਂਗੇ, ਮਹਾਰਾਜ ਜੀ ਮਾਫ ਕਰੋ। ਰੋਟੀ ਤੇ ਖਾ ਲਾਂਗੇ ਨਾ ਕਿਤੋਂ, ਆਪਾਂ ਗੁਰੂ ਦੇ ਹੀ ਆ। ਕਹਿੰਦੇ ਗੁਰੂ ਤੋਂ ਆਪਾਂ ਟੁੱਟ ਥੋੜਾ ਜਾਣਾ। ਕਹਿੰਦੇ ਹਾਂਜੀ, ਇਤਿਆਦਿਕ ਸਭ ਦੁਰਗ ਵਿਚਾਰਾ। ਇਸ ਤਰ੍ਹਾਂ ਸਾਧ ਸੰਗਤ ਜੀ ਕਈ ਰਾਵਾਂ ਉਸ ਵੇਲੇ ਸ੍ਰੀ ਅਨੰਦਪੁਰ ਸਾਹਿਬ ਕਿਲੇ ਵਿੱਚ ਹੋ ਰਹੀਆਂ ਨੇ। ਹਾਂਜੀ, ਮਿਲ ਮਿਲ ਜਹ ਜਹ ਘਰੋਂ ਉਚਾਰਾ। ਜਿੱਥੇ ਜਿੱਥੇ ਸਿੰਘ ਇਕੱਠੇ ਹੋ ਰਹੇ ਆ, ਗੱਲਾਂ ਭਾਂਤ ਭਾਂਤ ਦੀਆਂ ਕਰਦੇ। ਚਲਾ ਚਲੀ ਸਭ ਹਿਨ ਮਹਿ ਭਈ। ਪਰ ਚਲਾ ਚਲੀ ਸਭ ਨੂੰ ਹੈ, ਸਾਰਿਆਂ ਵਿੱਚ ਚਲੋ 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 ਹੋਈ ਪਈ ਹੈ। ਸ਼ੁਦਤ ਅਧਿਕ ਤੇ ਧੀਰ ਨਾ ਲਈ। ਭੁੱਖ ਨੇ ਸਭ ਨੂੰ ਹਾਲੋ ਬਿਹਾਲ ਕੀਤਾ ਹੋਇਆ ਹੈ। ਤੋ ਸਾਧ ਸੰਗਤ ਜੀ, ਇਹ ਅਧਿਆਇ ਇੱਥੇ ਸੰਪੂਰਨ ਹੋ ਗਿਆ। ਹੁਣ ਮਹਾਰਾਜ 10ਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਵਿਦਾਵਾ ਲਿਖਾ ਕੇ ਤੇ ਨਿਕਲਣ ਦੀਆਂ ਤਿਆਰੀਆਂ ਵੀ ਕਰ ਲਈਆਂ। ਖੇਡ ਸੀ ਗੁਰੂ ਸਾਹਿਬ ਜੀ ਦੀ, ਬੜੀ ਕਠਿਨ ਖੇਡ ਸੀਗੀ, ਜਿਹੜੀ ਖੇਡ ਸਾਧ ਸੰਗਤ ਜੀ
ਪ੍ਰੀਖਿਆ ਲਈ ਨਾ ਉਹਦੇ ਚੋਂ 40 ਸਿੰਘ ਪਾਸ ਹੋਏ ਸਨ ਤੇ ਉਹਦਾ ਬਾਰੇ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਲਿਖ ਦਿੱਤਾ 40 ਨਾਰੇ ਬੀਜ ਖਾਲਸੇ 40 ਨਾਰੇ ਬੀਜ ਖਾਲਸੇ ਮੁਕਤੇ ਪਾਵਨ ਸਿੰਘ ਬਲੀ ਮਾਤ ਭਗਵਤੀ ਪਿਤਾ ਕਾਲ ਪੁਰਖ ਗੋਦ ਲਿਓ ਲੈ ਖਾਲ ਪਲੀ। ਮਹਾਰਾਜ ਨੇ 4 ਸਾਹਿਬਜ਼ਾਦੇ ਤੇ 5ਵਾਂ ਪੁੱਤਰ ਮੇਰਾ ਖਾਲਸਾ ਇਹ ਸੱਚਖੰਡ ਦੇ 5 ਪਿਆਰੇ ਬਣਾ ਕੇ ਸਰਬਲੋ ਪ੍ਰਕਾਸ਼ ਇਹ ਬਚਨ ਲਿਖੇ ਹੈ। ਸ੍ਰੀ ਅਜੀਤ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਫਤਿਹ ਸਿੰਘ ਪ੍ਰੇ ਉੱਥੇ ਇਹ ਬਚਨ ਮਹਾਰਾਜ ਨੇ ਅਗੰਮੀ ਬਚਨ ਸੀਗੇ ਜਿਹੜੇ ਸੂਖਮ ਸਨ ਭੇਦ ਸਨ। ਉਹ ਕਹਿੰਦੇ ਜਿਵੇਂ ਜ਼ਿਮੀਂਦਾਰ ਆਪਣੀ ਫਸਲ ਵੱਢ ਕੇ ਉਹਦੇ ਵਿੱਚੋਂ ਜਿਹੜੇ ਸਭ ਤੋਂ ਵਧੀਆ ਦਾਣੇ ਹੁੰਦੇ ਨਾ ਉਹ ਦਾਣਿਆਂ ਨੂੰ ਬੀਜ ਵਜੋਂ ਰੱਖ ਲੈਂਦਾ ਵੀ ਅਗਲੇ ਸਾਲ ਫਿਰ ਬੀਜ ਬੀਜਣਾ। ਇਹ ਮਹਾਰਾਜ ਨੇ 40 ਜਿਹੜੇ ਸੀਗੇ ਨਾ ਬੀਜ ਰੱਖ ਲਿਆ ਸੱਚਖੰਡ ਵਿੱਚ ਸਿੱਖੀ ਦਾ ਕਦੀ ਖਤਮ ਨਹੀਂ ਹੋਣਾ। ਸੋ ਸਾਧ ਸੰਗਤ ਜੀ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਨਾਲ ਕਥਾ ਦਾ ਆਪ ਜੀ ਨੇ ਆਨੰਦ ਮਾਣਿਆ ਹੈ। ਗੁਰੂ ਖਾਲਸਾ ਜੀ ਕੱਲ ਤੋਂ ਫੈਮਿਲੀ ਕੈਂਪ ਗੁਰਮਤਿ ਦੇ ਇਸ ਸਥਾਨ ਤੇ ਲੱਗ ਰਹੇ ਹੈ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ। ਸੋ ਪਰਿਵਾਰਾਂ ਨੂੰ ਮਾਤਾਵਾਂ ਨੂੰ ਭੈਣਾਂ ਨੂੰ ਵੀਰਾਂ ਨੂੰ ਬੱਚਿਆਂ ਨੂੰ ਬੇਨਤੀ ਹੈ ਕਿ ਆਪ ਜੀ ਗੁਰਮਤਿ ਕੈਂਪ 2 ਦਿਨ ਦਾ ਹੈ ਉਹਦੇ 'ਚ ਹਾਜ਼ਰੀਆਂ ਭਰੋ ਗੁਰੂ ਦੀਆਂ ਗੱਲਾਂ ਕਰੋ ਗੁਰੂ ਦੀਆਂ ਗੱਲਾਂ ਸੁਣੋ ਕਿਉਂਕਿ ਆਪਾਂ ਇਸ ਸੰਸਾਰ ਤੇ ਇਸੇ ਕੰਮ ਲਈ ਆਏ ਹਾਂ। ਆਇਓ ਸੁਣਨ ਪੜ੍ਹਨ ਕੋ ਬਾਣੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਆਪਣੀ ਬਾਣੀ ਨਾਲ ਆਪਣੇ ਇਤਿਹਾਸ ਨਾਲ ਜੋੜਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਦਾ ਇਤਿਹਾਸ ਇਸੇ ਤਰ੍ਹਾਂ ਜਾਰੀ ਰਹੇਗਾ। ਸਵੇਰ ਵੇਲੇ ਆਨੰਦ ਸਾਹਿਬ ਦੀ ਕਥਾ ਸ਼ੁਰੂ ਹੋਈ ਹੈ 40 ਪੌੜੀਆਂ ਚੋਂ 5 ਪੌੜੀਆਂ ਦੀ ਅੱਜ ਹੋ ਗਈ ਸੀ ਸਵੇਰੇ। ਬਾਕੀ ਸਾਧ ਸੰਗਤ ਜੀ ਆਉਣ ਵਾਲੇ ਦਿਨਾਂ ਵਿੱਚ ਆਨੰਦ ਸਾਹਿਬ ਜੀ ਦਾ ਪਾਠ ਪੂਰਾ 40 ਪੌੜੀਆਂ ਆਪਾਂ ਅਰਥਾਂ ਸਮੇਤ ਸੁਣਨਾ ਹੈ। ਸੋ ਆਓ ਹੁਣ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਤੇ ਸਮਾਪਤੀ ਹੈ। यदि आदिक सब दुर्गम जारा मिल मिल जह जह करो उचारा चला चली सब हिन मह पई शुदित अधिक ते तीर न लेई। वाहिगुरु जी का खालसा वाहिगुरु जी की फतेह। हे गोबिंद हे गोपाल हे दयाल लाल प्राणनाथ अनाथ सखे दीन दर्द निवार। हे समरथ गम पूर्ण मोए मया तार अंधकूप महाभयान नानक पार उतार। आए प्रभ शरणागति कृपा निध दयाल एक अखर हर मन बस्त नानक होत। वाहिगुरु नाम जहाज है चढ़े सो तरे जो शरदा कर सेवंदे पार उतारन हार। वाहिगुरु नाम जहाज है चढ़े सो तरे जो शरदा कर सेवंदे। वाहिगुरु जी का खालसा